साध मिले पूरी पई, जन्म जन्म की आस, सहजो पायो भाव तो, सत्संगत में बास। साध मिले पूरी भई, जन्म जन्म की आस, सहजो पायो भाव तो, सत्संगत में बास। चरण दास गुरु की दया, गया सकल संदेह, छूटे बाद विवाद सब, भई सहज गत ले। दिल में आवे है नजर इस मालिक का नूर, दिल में आवे है नजर इस मालिक का नूर, इस मालिक का नूर, कहाँ को ढूंढन जावे। सब में पुर समान, दर्श कर बैठा पावे। धरती नभ जल पवन तेहू का सकल पसारा, छूटे परम गांठ सकल कट ठाकुर द्वारा। तिल पर नहीं जहां नहीं सिरजनहारा, वही आवे नजर फुरा विश्वास हमारा। पलटू नेड़े सांच के झूठे से है दूर, दिल में आवे है नजर उस मालिक का नूर। अम्मा मेरा दिल लगा मुझसे रहा न जाए, अम्मा मेरा दिल लगा मुझसे रहा न जाए, मुझसे रहा न जाए बिना साहिब को देखे। जान तस्दीक करूं लगे साहिब के लेखे। मुझको भया है रोग जाएगा जीव हमारा, ऐ कर दारू जही मिले जब प्रीतम प्यारा।
पड़ा प्रेम जंजाल, जिकर सीने में लागी। मैं गिर पड़ी बेहोश लोक की लज्जा पागी। पलटू सतगुर वैद बिन कौन सके समझाए। अम्मा मेरा दिल लगा मुझसे रहा न जाए। राग गौड़ी महला तीसरा। इस जुग का धर्म पढ़ो तुम पाई, पूरे गुर सब सोझी पाई। आते अगे हर नाम सुखाई, आते अगे हर नाम सुखाई। ਇਹ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਬਾਣੀ ਹੈ। ਆਪ ਗੁਰੂ ਨਾਨਕ ਸਾਹਿਬ ਦੇ ਘਰ ਦੇ ਉਪਦੇਸ਼ ਦੇ ਮੁਤਲਕ ਬੜੀ ਅੱਛੀ ਤਰ੍ਹਾਂ ਖੋਲ ਕੇ ਸਮਝਾ ਰਹੇ ਹਨ। ਆਪ ਫਰਮਾਉਂਦੇ ਹਨ, 4 ਯੁੱਗ ਇੱਕ ਦੂਸਰੇ ਦੇ ਬਾਅਦ ਚੱਕਰ ਲਗਾ ਰਹੇ ਹਨ। ਸਤਯੁਗ ਹੈ, ਤ੍ਰੇਤਾ ਹੈ, ਦੁਆਪਰ ਹੈ, ਕਲਯੁਗ ਹੈ। ਹਰ ਇੱਕ ਯੁੱਗ ਦੇ ਆਪਣੇ ਆਪਣੇ ਮੁਖਤਲਿਫ ਕਿਸਮ ਦੇ ਹਾਲਾਤ ਹਨ। ਜਿਹੜੇ ਸਾਧਨ ਸਾਨੂੰ ਸਤਯੁਗ ਵਿੱਚ ਕੰਮ ਦਿੰਦੇ ਸੀ, ਉਹ ਸਾਧਨ ਸਾਨੂੰ ਕਲਯੁਗ ਵਿੱਚ ਕੰਮ ਨਹੀਂ ਦੇ ਸਕਦੇ। ਸਤਯੁਗ ਦੇ ਅੰਦਰ ਸਾਡੀਆਂ ਉਮਰਾਂ ਬਹੁਤ ਲੰਮੀਆਂ ਸੀ। ਸਾਡਾ ਖਿਆਲ ਕੋਈ ਖਾਸ ਦੁਨੀਆ ਵਿੱਚ ਫੈਲਿਆ ਹੋਇਆ ਨਹੀਂ ਸੀ। ਉਹ ਸਾਡੀ ਸਿਹਤ ਵੀ ਬੜੀ ਅੱਛੀ ਸੀ। ਜੈਸੇ ਜੈਸੇ ਯੁੱਗ ਪਲਟਦੇ ਗਏ, ਉਮਰ ਵੀ ਛੋਟੀ ਹੁੰਦੀ ਗਈ, ਖਿਆਲ ਵੀ ਦੁਨੀਆ ਅੰਦਰ ਫੈਲਦਾ ਗਿਆ ਔਰ ਸਿਹਤ ਵੀ ਸਾਡੀ ਕਮਜ਼ੋਰ ਹੁੰਦੀ ਗਈ। ਕਲਯੁਗ ਦੇ ਅੰਦਰ ਆ ਕੇ ਤਾਂ ਆਪਾਂ ਅੱਖਾਂ ਨਾਲ ਹੀ ਦੇਖੀ ਜਾਂਦੇ ਹਾਂ। ਉਹ ਖੁਸ਼ਕਿਸਮਤ ਭਾਗਾਂ ਵਾਲਾ ਜੀਵ ਹੈ ਜਿਹੜਾ 65-70 ਸਾਲ ਇੱਥੇ ਉਮਰ ਭੁਗਤ ਕੇ ਜਾਂਦਾ ਹੋਵੇ। ਔਰ ਤੁਹਾਨੂੰ ਸਿਹਤ ਵੀ ਪਤਾ ਹੈ, ਘੰਟਾ 1.5 ਘੰਟਾ ਸਤਸੰਗ ਅੰਦਰ ਚੌਂਕੜੀ ਮਾਰ ਕੇ ਬੈਠਣਾ ਮੁਸ਼ਕਲ ਹੋ ਜਾਂਦਾ ਹੈ। ਔਰ ਖਿਆਲ ਵੀ ਤੁਸੀਂ ਜਾਣਦੇ ਹੋ, ਕਿਸੇ ਛੋਟੀ ਜੀ ਪ੍ਰੋਬਲਮ 'ਤੇ 2 ਮਿੰਟ ਸੋਚਣਾ ਹੋਵੇ, ਸਾਰੇ ਦੁਨੀਆ ਦੇ ਮਸਲੇ ਅੱਖਾਂ ਅੱਗੇ ਆ ਕੇ ਖੜੇ ਹੋ ਜਾਂਦੇ ਹਨ। ਇਸ ਵਾਸਤੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ, ਜਿਹੜੇ ਸਾਧਨ ਸਾਨੂੰ ਸਤਯੁਗ ਵਿੱਚ ਕੰਮ ਦਿੰਦੇ ਸੀ, ਉਹ ਸਾਧਨ ਸਾਨੂੰ ਕਲਯੁਗ ਵਿੱਚ ਕੰਮ ਨਹੀਂ ਦਿੰਦੇ। ਲੇਕਿਨ ਇਸ ਯੁੱਗ ਦੀ ਇਸ ਜਿਹੜੀ ਜੁਗਤੀ ਹੈ, ਸਾਧਨ ਹੈ, ਕਲਯੁਗ ਦੇ ਅੰਦਰ ਆ ਕੇ ਸਾਨੂੰ ਕੀ ਕਰਨਾ ਚਾਹੀਦਾ ਹੈ? ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹਾਸਲ ਕਰਨ ਵਾਸਤੇ, ਮਾਲਕ ਦੀ ਭਗਤੀ ਕਰਨ ਵਾਸਤੇ, ਮਾਲਕ ਨਾਲ ਮਿਲਾਪ ਕਰਨ ਵਾਸਤੇ। ਇਹ ਸਾਨੂੰ ਮਾਲਕ ਦੇ ਭਗਤਾਂ ਤੋਂ ਪਤਾ ਲੱਗਦਾ ਹੈ, ਮਾਲਕ ਦੇ ਪਿਆਰਿਆਂ ਤੋਂ ਪਤਾ ਲੱਗਦਾ ਹੈ। ਉਹ ਕੀ ਸਮਝਾਉਂਦੇ ਹਨ? ਇੱਥੇ ਅੱਗੇ ਨਾਮ ਸਿਖਾਈ। ਅਗਰ ਤੁਸੀਂ ਦੇਹ ਵਿੱਚ ਬੈਠ ਕੇ ਵੀ 4 ਦਿਨ ਜ਼ਿੰਦਗੀ ਦੇ ਸੁੱਖ ਔਰ ਸ਼ਾਂਤੀ ਦੇ ਕੱਟਣੇ ਚਾਹੁੰਦੇ ਹੋ, ਵਾਪਸ ਜਾ ਕੇ ਮਾਲਕ ਨਾਲ ਮਿਲਣਾ ਚਾਹੁੰਦੇ ਹੋ, ਇੱਕੋ ਹੀ ਤਰੀਕਾ ਹੈ ਕਿ ਤੁਸੀਂ ਸ਼ਬਦ ਦੀ ਕਮਾਈ ਕਰੋ, ਤੁਸੀਂ ਨਾਮ ਦੀ ਕਮਾਈ ਕਰੋ। ਇਸ ਦੇ ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ, ਕੋਈ ਸਾਧਨ ਨਹੀਂ ਹੈ। ਇਸੇ ਵਾਸਤੇ ਹੋਰ ਜਗ੍ਹਾ ਗੁਰੂ ਸਾਹਿਬ ਨੇ ਕਿਹਾ ਸੀ, ਅਨਕ ਕਰਮ ਕੀਏ ਬਹੁ ਤੇਰੇ, ਜੋ ਕੀਜੇ ਸੋ ਬੰਧਨ ਪੜੇ। ਕੁਰਤਾ ਬੀਜ ਬੀਜੇ ਨਾ ਜਨਮੇ, ਸਭ ਲਾਹਾ ਮੂਲ ਗਵਾਏਂਦਾ। ਕਲਯੁਗ में कीर्तन प्रधाना, गुरमुख जपिए लाए ध्याना।
ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਜੋ ਵੀ ਮਨ ਬੁੱਧੀ ਨਾਲ ਅਸੀਂ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਪ ਤਪ ਪੂਜਾ ਪਾਠ ਪੁੰਨ ਦਾਨ ਤੀਰਥ ਯਾਤਰਾ ਵਗੈਰਾ ਜੋ ਕੁਝ ਵੀ ਕਰਦੇ ਹਾਂ, ਇਹ ਸਾਨੂੰ ਦੇਹ ਦੀਆਂ ਬੰਧਨਾਂ ਤੋਂ ਛੁਡਾਉਣ ਦੀ ਬਜਾਏ ਜ਼ਿਆਦਾ ਮਜ਼ਬੂਤੀ ਦੇ ਨਾਲ ਜਕੜ ਦਿੰਦੇ ਹਨ। ਕਿਉਂ ਜਕੜ ਦਿੰਦੇ ਹਨ? ਗੁਰੂ ਸਾਹਿਬ ਕਹਿੰਦੇ ਹਨ, ਕਰੁੱਤਾ ਬੀਜ ਬੀਜੇ ਨਾ ਜੰਮੇ। ਅਗਰ ਤੁਸੀਂ ਜ਼ਮੀਨ ਦੇ ਅੰਦਰ ਇੱਕ ਬੇਮੌਸਮਾ ਬੀਜ ਪਾਈ ਜਾਵੋਗੇ, ਉਹ ਫਸਲ ਕਦੇ ਵੀ ਤੁਹਾਡੇ ਘਰ ਨਹੀਂ ਆ ਸਕਦੀ। ਜ਼ਿਮੀਂਦਾਰ ਲੋਕਾਂ ਨੂੰ ਪਤਾ ਹੈ, ਅਕਤੂਬਰ ਨਵੰਬਰ ਦੇ ਮਹੀਨੇ ਵਿੱਚ ਗੰਦਮ ਬੋਈ ਜਾਂਦੀ ਹੈ। ਮਈ ਔਰ ਜੂਨ ਦੀਆਂ ਗਰਮੀਆਂ ਦੇ ਅੰਦਰ ਅਗਰ ਕੋਈ ਗੰਦਮ ਬੀਜੇਗਾ, कितना हल चला लै, खाद पा लै, रखवाली कर लै, फसल ਨੂੰ ਪਾਣੀ ਦੇ ਲੈ, ਉਹ ਫਸਲ ਕਦੇ ਉਹਦੇ ਘਰ ਨਹੀਂ ਆ ਸਕਦੀ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ, ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਕਲਯੁਗ ਦੇ ਅੰਦਰ ਅਗਰ ਕਿਸੇ ਚੀਜ਼ ਦੀ ਮਹਾਤਮਾ ਨੇ ਖੋਲ੍ਹ ਕੇ ਪ੍ਰਚਾਰ ਕੀਤਾ ਹੈ, ਮਹਿਮਾ ਕੀਤੀ ਹੈ, ਉਸ ਕੀਰਤਨ ਦੀ ਕੀਤੀ ਹੈ, ਜਿਸ ਨੂੰ ਗੁਰਮੁਖ ਬੜੇ ਧਿਆਨ ਦੇ ਨਾਲ ਅੰਦਰੋਂ ਸੁਣਦੇ ਹਨ। ਆਪ ਦਾ ਮਤਲਬ ਸ਼ਬਦ ਦੀ ਤਰਫ ਇਸ਼ਾਰਾ ਹੈ, ਨਾਮ ਦੀ ਤਰਫ ਇਸ਼ਾਰਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਕਲਜੋ ਕਰਮ ਧਰਮ ਨਾ ਹੋਈ, ਨਾਮ ਬਿਨਾ ਉਦਾਰ ਨਾ ਹੋਈ। ਜੋ ਮਰਜ਼ੀ ਉਪਾਓ ਕਰ ਲੋ, ਜੋ ਮਰਜ਼ੀ ਤਰੀਕੇ ਸੋਚ ਲੋ, ਕਿਤਨਾ ਪੁੰਨ ਦਾਨ ਕਰ ਲੋ, ਕਿਤਨੇ ਤੀਰਥਾਂ ਤੇ ਹੋਇਆ ਉਹ ਸਰੋਵਰਾਂ ਵਿੱਚ ਇਸ਼ਨਾਨ ਕਰ ਲੋ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹ ਲੋ, ਕੰਨ ਪੜਵਾ ਲੋ, ਜਟਾਂ ਰੱਖ ਲੋ, ਜਿਸਮ ਤੇ ਪਬੂਤ ਲਗਾ ਲੋ, ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਵੋ, ਤੁਸੀਂ ਸਮਾਧਾਂ ਤੇ ਮੱਥੇ ਟੇਕਦੇ ਰਹੋ, ਲੇਕਿਨ ਸ਼ਬਦ ਔਰ ਨਾਮ ਦੀ ਕਮਾਈ ਤੋਂ ਬਗੈਰ ਕਿਸੇ ਹਾਲਤ ਅੰਦਰ ਤੁਹਾਡਾ ਦੇਹ ਦੀਆਂ ਬੰਧਨਾਂ ਤੋਂ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਸੰਤ ਜਨਾ ਮਿਲ ਪਾਈਓ, ਸੱਚਾ ਨਾਮ ਸੰਭਾਲ, ਤੋਸਾ ਬੰਦੋ ਜੀਵ ਕਾ ਇੱਥੇ ਉੱਥੇ ਨਾ। ਸਾਧੂ ਸੰਤਾਂ ਮਹਾਤਮਾ ਕੋਲ ਜਾ ਕੇ ਸੱਚੇ ਸ਼ਬਦ ਦੀ ਕਮਾਈ ਕਰੋ, ਸੱਚੇ ਨਾਮ ਦੀ ਕਮਾਈ ਕਰੋ। ਇਹੋ ਤੁਹਾਡਾ ਅਸਲੀ ਤੋਸਾ ਹੈ, ਤੁਹਾਡੀ ਪੂੰਜੀ ਹੈ। ਇੱਥੇ ਵੀ ਤੁਹਾਡੇ ਨਾਲ ਹੈ, ਉੱਥੇ ਵੀ ਤੁਹਾਡੇ ਨਾਲ ਜਾਣੀ ਹੈ। ਇਹਨੂੰ ਕੋਈ ਚੋਰ ਚੋਰੀ ਨਹੀਂ ਕਰ ਸਕਦਾ, ਅੱਗ ਨਹੀਂ ਲੱਗ ਸਕਦੀ, ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ। ਇਸੇ ਵਾਸਤੇ ਸਵਾਮੀ ਜੀ ਕਹਿੰਦੇ ਹਨ, ਨਾਮ ਗੁਰ ਕਾ ਸੰਭਾਲੇ ਚਲ, ਯਹੀ ਹੈ ਦਾਮ ਗਠ ਬੰਧਨਾ। ਜਿਹੜੀ ਚੀਜ਼ ਦੁਨੀਆ 'ਚ ਤੁਸੀਂ ਪੱਲੇ ਬੰਨ੍ਹ ਕੇ ਆਪਣੇ ਨਾਲ ਲਿਜਾ ਸਕਦੇ ਹੋ, ਕੇਵਲ ਸ਼ਬਦ ਦੀ ਕਮਾਈ ਹੈ, ਨਾਮ ਦੀ ਕਮਾਈ ਹੈ। ਬਿਨ ਨਾਮੇ ਕੋ ਸੰਗ ਨਾ ਸਾਥੀ, ਮੁਕਤੇ ਨਾਮ ਤੇ ਆਮਣਿਆ। ਗੁਰੂ ਸਾਹਿਬ ਕਹਿੰਦੇ, ਅੱਛੀ ਤਰ੍ਹਾਂ ਇਸ ਚੀਜ਼ ਨੂੰ ਮਨ ਵਿੱਚ ਬਿਠਾ ਲਓ, ਨਾਮ ਦੀ ਕਮਾਈ ਤੋਂ ਬਗੈਰ ਕਿਸੇ ਚੀਜ਼ ਨੇ ਤੁਹਾਡਾ ਸਾਥ ਨਹੀਂ ਦੇਣਾ। ਜਦੋਂ ਵੀ ਤੁਸੀਂ ਮੁਕਤੀ ਹਾਸਲ ਕਰੋਗੇ, ਕੇਵਲ ਸ਼ਬਦ ਦੀ ਕਮਾਈ ਕਰਕੇ, ਕੇਵਲ ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਤੀਸਰੀ ਪਾਤਸ਼ਾਹੀ ਨੇ ਕਿਹਾ ਸੀ, ਸੰਤੋ ਗੁਰਮੁਖ ਪੂਰਾ ਪਾਈ, ਨਾਮੋ ਪੂਜ ਕਰਾਈ। ਕੋਈ ਸਾਨੂੰ ਮਾਲਕ ਦਾ ਭਗਤ ਮਿਲ ਜਾਵੇ, ਮਾਲਕ ਦਾ ਪਿਆਰਾ ਮਿਲ ਜਾਵੇ, ਉਹ ਸਾਨੂੰ ਸ਼ਬਦ ਔਰ ਨਾਮ ਦੀ ਕਮਾਈ ਕਰਨ ਦਾ ਤਰੀਕਾ ਔਰ ਸਾਧਨ ਸਮਝਾ ਦੇਵੇ, ਫਿਰ ਅਸੀਂ ਮਾਲਕ ਦੀ ਭਗਤੀ ਕਰ ਸਕਦੇ ਹਾਂ, ਮਾਲਕ ਦੀ ਪੂਜਾ ਕਰ ਸਕਦੇ ਹਾਂ। ਔਰ ਇਹ ਵੀ ਸਮਝਾਉਂਦੇ ਹਨ, ਬਿਨ ਨਾਮੇ ਹੋਰ ਪੂਜ ਨਾ ਹੋਈ, ਪਰਮ ਭੁੱਲੀ ਲੋਕਾਈ। ਇਸ ਚੀਜ਼ ਨੂੰ ਵੀ ਅੱਛੀ ਤਰ੍ਹਾਂ ਮਨ ਵਿੱਚ ਬਿਠਾ ਲਓ ਕਿ ਉਸ ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੀ ਭਗਤੀ ਨਹੀਂ ਹੈ, ਕੋਈ ਮਾਲਕ ਦੀ ਪੂਜਾ ਨਹੀਂ ਹੈ। ਐਵੇਂ ਦੁਨੀਆ ਦੇ ਜੀਵ ਭਰਮਾਂ ਵਿੱਚ ਫਸ ਕੇ ਕੋਈ ਕਿਸੇ ਤਰਫ ਦੌੜਦਾ ਹੈ, ਕੋਈ ਕਿਸੇ ਤਰਫ ਦੌੜਦਾ ਹੈ। ਪਹਿਲੀ ਪਾਤਸ਼ਾਹੀ ਦੀ ਬਾਣੀ ਹੈ, ਨਾਮ ਵਸਾਰ ਚਲੇ ਅਨਮਾਰਗ, ਅੰਤਕਾਲ ਪਛਤਾਈ ਹੈ। ਨਾਮ ਦੀ ਕਮਾਈ ਕਰਨ ਦਾ ਤਰੀਕਾ ਛੱਡ ਕੇ ਜਿਹੜੇ ਵੀ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੋਗੇ, ਅਖੀਰ ਮੌਤ ਦੇ ਵੇਲੇ ਪਛਤਾਉਣਾ ਪਵੇਗਾ। ਕਿਉਂ ਪਛਤਾਉਣਾ ਪਵੇਗਾ? ਬਿਨ ਨਾਮੇ ਦਰ ਢੋਈ ਨਾਹੀ, ਤਾਂ ਜਮ ਕਰੇ ਖੁਆਰੀ। ਨਾਮ ਦੀ ਕਮਾਈ ਤੋਂ ਬਗੈਰ ਕੋਈ ਮਾਲਕ ਦੇ ਘਰ ਨਹੀਂ ਪਹੁੰਚ ਸਕਦਾ, ਜਮਦੂਤਾਂ ਦੇ ਹੱਥੋਂ ਖਰਾਬ ਹੋਣਾ ਪੈਂਦਾ ਹੈ। ਇਸੇ ਵਾਸਤੇ ਪਹਿਲੀ ਪਾਤਸ਼ਾਹੀ ਨੇ ਕਿਹਾ ਸੀ, ਨਾਮੇ ਤੁਲ ਨਾ ਪੁੱਜੀ, ਸਭ ਡਿੱਠੀ ਠੋਕ ਵਜਾਏ। ਗੁਰੂ ਸਾਹਿਬ ਕਹਿੰਦੇ, ਮੈਂ ਕੋਈ ਸੁਣੀਆਂ ਸੁਣਾਈਆਂ ਗੱਲਾਂ ਨਹੀਂ ਕਰਦਾ, ਪੜ੍ਹੀਆਂ ਪੜ੍ਹਾਈਆਂ ਗੱਲਾਂ ਨਹੀਂ ਕਰਦਾ, ਠੋਕ ਵਜਾ ਕੇ ਤੁਹਾਨੂੰ ਜ਼ਾਤੀ ਤਜਰਬਾ ਸਮਝਾਉਣਾ ਹਾਂ। ਕੋਈ ਚੀਜ਼ ਕਦੇ ਨਾਮ ਭਗਤੀ ਦਾ ਮੁਕਾਬਲਾ ਨਹੀਂ ਕਰ ਸਕਦੀ। ਇਸੇ ਵਾਸਤੇ ਕਹਿੰਦੇ, ਸੱਚੋਂ ਉਰੇ ਸਭ ਕੋ ਉਪਰ ਸੱਚ ਅਚਾ। ਜੋ ਵੀ ਜਪ ਤਪ ਪੂਜਾ ਪਾਠ ਪੁੰਨ ਦਾਨ ਹੱਠ ਕਰਮਾਂ ਦਾ ਫਲ ਵਗੈਰਾ ਹੈ,
इन्हां दा सारा फल शब्द और नाम की कमाई के नीचे नीचे रह जाता है। उच्चे तो उच्चा सुच्चे तो सुच्चा जिहड़ा फल है वो शब्द की कमाई का है, नाम की कमाई का है। इसे वास्ते गुरु नानक साहब ने कहा सी, नानक नाम विसरे छूटे शब्द कमाई। भरावा उस नाम नूं तां कदे सुपने अंदर भी विसारन की कोशिश ना करी, क्योंकि जदों भी तू देह दियां बंधनां तो छुटेगा केवल शब्द की कमाई करके, केवल नाम की कमाई करके। इहो स्वामी जी ने उपदेश किया सी, गुर कहे खोल कर पाई, लग शब्द अनाहद जाई, बिन शब्द अपाओ न दूजा, काया को छुटे न कूजा। स्वामी जी कहते अच्छी तरह इस चीज़ को मन में बिठा लो कि शब्द और नाम की कमाई तो बगैर थोड़ा देह दियां बंधनां तो कभी भी छुटकारा नहीं हो सकता। फिर फरमाउंदे हैं, सुरत शब्द कमाई करना, जतन दूर और सब करना। सिर्फ सुरत शब्द का अभ्यास करना है, और कोई उपाव करने की जरूरत नहीं है, कोई तरीका सोचने की जरूरत नहीं है। इहो सानू कबीर साहब ने कहा सी, जब ही नाम हृदय तरियो भयो पाप का नाश, जैसे चिंगी आग की पड़ी पुरानी कास, कितना भी खुश्क कास का ढेर लिया के तुसी इकट्ठा क्यों ना कर लवो, एक अग का चिंग्याड़ा सारे कास नूं जाल के राख सुहा कर दिंदा है। इसे तरह साढ़े साकत पुरुषों के कितने पैड़े खोटे पाप और कर्म क्यों ना हो, वो जिहड़ी शब्द और नाम की कमाई है वो सारिया कर्मां का सिलसिला खत्म कर देंदी है। इस वास्ते इत्थे गुरु नानक साहब कहते, कलयुग के अंदर आके गुरु नानक अगर किसी महात्मा ने होका दिता है, वो शब्द का होका दिता है। इसे वास्ते कहते कलू आया नाम बो। कलयुग के अंदर तो आके तो महात्मा ने बड़ा खोल के शब्द और नाम का प्रचार किया है, लेकिन जिस शब्द और नाम की गुरु कर महिमा करता है वो साढ़े लफ्ज़ नहीं है, वो ताकत है जिसने दुनिया की रचना पैदा की है, जिसके आधार खंड ब्रह्मंड खड़े हैं, जिसने ऐस दुनिया नू पैदा किया है। इसे वास्ते कहते नामे ही ते सब कुछ हुआ, बिन सतगुर नाम न जापे। उस नाम ने सारी दुनिया की रचना पैदा की है। हुण जिस चीज़ ने दुनिया की रचना पैदा की है, तुसी सोचो वो लिखण विच किस तरह आवेगी, पढ़न विच किस तरह आवेगी, बोलण विच किस तरह आवेगी। और हिस्ट्री कौन ट्रेस कर सकता है, मियाद कौन मुकर्रर कर सकता है, टाइम कौन मुकर्रर कर सकता है। ये जितने भी अपने लफ्ज़ हैं आपो अपने प्यार विच आके आपा मालिक दे नाम रखे बैठे हैं, अल्लाह वाहिगुरु राधा स्वामी परमेश्वर वगैरह, ये सब लिखण विच आ जाते हैं, पढ़न विच आ जाते हैं, बोलण विच आ जाते हैं। इन्हां दी हिस्ट्री भी ट्रेस की जाती है, मियाद भी मुकर्रर की जाती है, टाइम भी मुकर्रर किया जाता है। लेकिन उस नाम ने तो दुनिया की रचना पैदा की है। वो कित्थे है? वो साडे शरीर के अंदर है, साडी देह और साडे वजूद के अंदर है। इसे वास्ते गुरु घर ने कहा सी, शरीरों बाहर को पालन जाए, नाम न ले बहुत वगार दुख पाए। जिहड़े लोग उस देह और शरीर के बाहरों नाम रूपी वस्तु नूं ढूंढते हैं, वो तो बगारियां वांगू अपने कीमती वक्त को ज़ाया कर रहे हैं। बगारी कौन है? जिहड़े टुट टुट के मरते हैं, खून पसीना भी कर देंदे हैं, जिन्हां गरीबां दे हत्थ पल्ले कुछ भी नहीं पैंदा। अगर कोई चीज़ किसी के घर के अंदर है, जो बाहर खेतों ते सड़कों ते जाके ढूंढना शुरू कर दे, उसनों वो वस्तु प्राप्त किस तरह हो सकती है? शरीर के अंदर किथे है? काया अंदर वस्त असंखा, गुरमुख साच मिले तो वेखा। गुरु साहब कहते जड़ा साडा शरीर है, ये 5-6 फुट लंबा मिट्टी का पुतला ही नहीं है, ये केवल हड्ड जम मास का ही बनया हुआ नहीं है। इसके अंदर परमात्मा ने बेशुमार वस्तु, बेशुमार भंडार रखे हुए हैं। इत्थों तिकर के खुद परमात्मा इस शरीर के अंदर बैठ गया है, और अपने तिकर पहुँचने का रस्ता भी परमात्मा ने साढ़े शरीर अंदर रख लिया है। लेकिन इस चीज़ की सोझी और समझ कदों आती है? गुरमुख साच मिले तो वेखा, कोई सच्चा मालिक का भगत और प्यारा मिल जाए। वो की समझाते हैं? 9 दरवाजे 9 दरवाजे 10वें मुक्ता अनहद शब्द विजावड़िया। वो समझाते हैं कि अखां तो नीचे नीचे तो इंद्रियां के भोग हैं, विषयां वकारां शराबां कबाबां दी लस्तां हैं। आ जिहड़ी अखां दे पिछे जगह जिन्हों 10वां कहते हैं, ये साडे असली घर का दरवाज़ा है।
जिसने भी घर ਦੇ ਅੰਦਰ ਜਾਣਾ ਹੈ ਪਹਿਲਾਂ ਉਹਨੂੰ ਦਰਵਾਜ਼ੇ ਦੀ ਖੋਜ ਕਰਨੀ ਪੈਂਦੀ ਹੈ। ਦਰਵਾਜ਼ਾ ਖੁੱਲ੍ਹਦਾ ਹੈ ਅੰਦਰੋਂ, ਫਿਰ ਉਹ ਘਰ ਦੇ ਅੰਦਰ ਦਾਖਲ ਹੁੰਦਾ ਹੈ। ਉਸ ਆਪਣੇ ਘਰ ਦੇ ਦਰਵਾਜ਼ੇ ਦੀ ਕੀ ਨਿਸ਼ਾਨੀ ਹੈ? ਗੁਰੂ ਸਾਹਿਬ ਕਹਿੰਦੇ ਅਨਹਦ ਸ਼ਬਦ ਵਜਾਵਣਿਆ। ਉਸ ਘਰ ਦੇ ਦਰਵਾਜ਼ੇ ਤੇ ਹਰ ਇੱਕ ਦੇ ਅੰਦਰ ਅਨਹਦ ਸ਼ਬਦ ਧੁਨਕਾਰਾਂ ਦੇ ਰਿਹਾ ਹੈ। ਅਗਰ ਉਹ ਵੱਜਦਾ ਹੈ, ਇਸ ਦਾ ਮਤਲਬ ਉਸ ਸ਼ਬਦ ਦੇ ਅੰਦਰ ਜੋ ਆਵਾਜ਼ ਵੀ ਹੈ, ਸ਼ਬਦ ਦੇ ਅੰਦਰ ਧੁਨੀ ਵੀ ਹੈ। ਇਸ ਵਾਸਤੇ ਗੁਰੂ ਸਾਹਿਬ ਨੇ ਉਸ ਨੂੰ ਨਿਰਮਲ ਨਾਦ ਵੀ ਕਹਿ ਕੇ ਬਿਆਨ ਕੀਤਾ ਹੈ। ਉਸ ਸ਼ਬਦ ਦੇ ਅੰਦਰ ਜੋਤੀ ਵੀ ਹੈ, ਸ਼ਬਦ ਦੇ ਅੰਦਰ ਪ੍ਰਕਾਸ਼ ਵੀ ਹੈ। ਇਸੇ ਵਾਸਤੇ ਕਹਿੰਦੇ ਹਨ ਰਾਮ ਨਾਮ ਹੈ ਜੋਤ ਸੁਭਾਈ ਤਤ ਗੁਰਮਤਿ ਕਾਢ ਲੀਜੇ। ਉਹ ਜਿਹੜੀ ਰਾਮ ਨਾਮ ਦੀ ਜੋਤ ਹੈ ਸਾਡੇ ਹਰ ਇੱਕ ਦੇ ਅੱਖਾਂ ਪਿੱਛੇ ਜਗਣ ਲੱਗੀ ਹੋਈ ਹੈ। ਲੇਕਿਨ ਜਿਤਨਾ ਚਿਰ ਗੁਰਮੁਖਾਂ ਦੀ ਮੱਤ ਉੱਤੇ ਨਹੀਂ ਚੱਲਦੇ, ਉਹਨਾਂ ਦੇ ਉਪਦੇਸ਼ ਉੱਤੇ ਨਹੀਂ ਚੱਲਦੇ, ਬੇਸ਼ੱਕ ਜੋਤ ਸਾਡੇ ਅੱਖਾਂ ਪਿੱਛੇ ਜਗਦੀ ਹੈ, ਅਸੀਂ ਉਸ ਜੋਤ ਨੂੰ ਦੇਖ ਨਹੀਂ ਸਕਦੇ। ਗੁਰਮੁਖਾਂ ਦੀ ਕੀ ਮੱਤ ਹੈ? 9 ਦਰਵਾਜ਼ੇ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚ ਵੇਜੇ। ਗੁਰਮੁਖਾਂ ਦਾ ਇਹ ਉਪਦੇਸ਼ ਹੈ ਕਿ ਅੱਖਾਂ ਤੋਂ ਨੀਚੇ ਨੀਚੇ ਤਾਂ ਇੰਦਰੀਆਂ ਦੇ ਭੋਗ ਹਨ, ਵਿਸ਼ਿਆਂ ਵਕਾਰਾਂ ਸ਼ਰਾਬਾਂ ਕਬਾਬਾਂ ਦੀਆਂ ਲਸਤਾਂ ਹਨ। ਲੇਕਿਨ ਜਿਹੜਾ ਰਸ ਦਾ ਭਰਿਆ ਹੋਇਆ ਅੰਮ੍ਰਿਤ ਹੈ, ਜਿਸ ਨੂੰ ਪੀ ਕੇ ਹੀ ਤੁਹਾਡਾ ਮਨ ਨਿਰਮਲ ਪਿਓਰ ਔਰ ਪਵਿੱਤਰ ਹੋਣਾ ਹੈ, ਉਹ ਅੱਖਾਂ ਦੇ ਪਿੱਛੇ ਹੈ। ਸੋ ਜਿਤਨਾ ਚਿਰ ਇੱਥੇ ਖਿਆਲ ਇਕੱਠਾ ਨਹੀਂ ਕਰਦੇ ਜਿੱਥੇ ਕਿ ਅੰਮ੍ਰਿਤ ਵਰਸਣ ਲੱਗਾ ਹੋਇਆ ਹੈ, ਅਸੀਂ ਉਸ ਅੰਮ੍ਰਿਤ ਨੂੰ ਪੀ ਨਹੀਂ ਸਕਦੇ, ਅਮਰ ਹੋ ਨਹੀਂ ਸਕਦੇ, ਸਾਡਾ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਨਹੀਂ ਸਕਦਾ। ਇਸ ਵਾਸਤੇ ਗੁਰੂ ਨਾਨਕ ਸਾਹਿਬ ਉਹ ਸੱਚੇ ਸ਼ਬਦ ਦੀ ਮਹਿਮਾ ਕਰਦੇ ਹਨ, ਸੱਚੇ ਨਾਮ ਦੀ ਮਹਿਮਾ ਕਰਦੇ ਹਨ। ਉਹ ਚੋਰਾਂ ਅੰਦਰ ਵੀ ਹੈ, ਠੱਗਾਂ ਅੰਦਰ ਵੀ ਹੈ, ਸਾਧੂ ਸੰਤਾਂ ਮਹਾਤਮਾ ਅੰਦਰ ਵੀ ਹੈ। ਇੱਥੇ ਕਿਸੇ ਕੌਮ ਦਾ, ਮਜ਼ਹਬ ਦਾ, ਮੁਲਕ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਕੋਈ ਹਿੰਦੂ ਹੋ ਕੇ ਅੰਦਰ ਜਾਏ, ਸਿੱਖ ਈਸਾਈ ਹੋ ਕੇ ਅੰਦਰ ਜਾਏ, ਜੋ ਖੁਸ਼ਕਿਸਮਤ ਭਾਗਾਂ ਵਾਲਾ ਅੱਖਾਂ ਪਿੱਛੇ ਖਿਆਲ ਇਕੱਠਾ ਕਰਦਾ ਹੈ, ਉਹ ਆਪਣੇ ਅੰਦਰੋਂ ਸ਼ਬਦ ਦੀਆਂ ਤੁਲਕਾਰ ਧੁਨਾਂ ਨੂੰ ਸੁਣਨਾ ਸ਼ੁਰੂ ਕਰ ਦਿੰਦਾ ਹੈ, ਸ਼ਬਦ ਦੀ ਜੋਤੀ, ਸ਼ਬਦ ਦੇ ਪ੍ਰਕਾਸ਼ ਨੂੰ ਦੇਖਣਾ ਸ਼ੁਰੂ ਕਰ ਦਿੰਦਾ ਹੈ। ਅਸੀਂ ਉਸ ਆਵਾਜ਼ ਦੇ ਜ਼ਰੀਏ ਅੰਦਰੋਂ ਘਰ ਦਾ ਰੁਖ ਕਾਇਮ ਕਰਨਾ ਹੈ, ਉਸ ਪ੍ਰਕਾਸ਼ ਦੇ ਜ਼ਰੀਏ ਅੰਦਰੋਂ ਆਪਣਾ ਰੂਹਾਨੀ ਸਫ਼ਰ ਤੈਅ ਕਰਨਾ ਹੈ, ਫਿਰ ਮੰਜ਼ਲ ਦਰ ਮੰਜ਼ਲ ਆਪਣੇ ਘਰ ਵਾਪਸ ਜਾਣਾ ਹੈ। ਇਸ ਨੂੰ ਗੁਰੂ ਘਰ ਨੇ ਸੱਚਾ ਸ਼ਬਦ ਔਰ ਸੱਚਾ ਨਾਮ ਕਹਿ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਸ ਜੁਗ ਕਾ ਧਰਮ ਪੜੋ ਤੁਮ ਪਾਈ, ਪੂਰਾ ਗੁਰ ਸਭ ਸੋਝੀ ਪਾਈ। ਇੱਥੇ ਅੱਗੇ ਹਰ ਨਾਮ ਸਖਾਈ, ਇੱਥੇ ਅੱਗੇ ਹਰ ਨਾਮ ਸਖਾਈ। ਰਾਮ ਪੜੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ। ਆਪ ਸਮਝਾਉਂਦੇ ਹਨ ਕਿ ਸਾਡਾ ਮਨ ਇਸ ਮਾਇਆ ਦੇ ਜਾਲ ਵਿੱਚ ਫਸ ਕੇ ਅਤੀ ਗੰਦਾ ਹੋ ਚੁੱਕਾ ਹੈ, ਅਤੀ ਮੈਲਾ ਹੋ ਚੁੱਕਾ ਹੈ। ਬੇਸ਼ੱਕ ਸਾਡੀ ਆਤਮਾ ਉਸ ਪਰਮਾਤਮਾ ਦੀ ਅੰਸ਼ ਹੈ, ਅਸੀਂ ਉਸ ਸਤਨਾਮ ਸਮੁੰਦਰ ਦੇ ਕਤਰੇ ਹਾਂ, ਲੇਕਿਨ ਮਾਲਿਕ ਦੇ ਕੋਲੋਂ ਵਿਛੜ ਕੇ ਇਸਨੇ ਇੱਥੇ ਆ ਕੇ ਮਨ ਦਾ ਸਾਥ ਲੈ ਲਿਆ। ਮਨ ਅੱਗੇ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ ਦਾ ਆਸ਼ਿਕ ਹੈ। ਜੋ ਜੋ ਕਰਮ ਮਨ ਦੇ ਤਾਬੇ ਹੋ ਕੇ ਕਰਦੇ ਹਾਂ, ਉਸ ਦਾ ਨਤੀਜਾ ਸਾਥ ਸਾਥ ਸਾਡੀ ਆਤਮਾ ਨੂੰ ਦੇਣਾ ਪੈਂਦਾ ਹੈ। ਦੁਨੀਆ ਦੀਆਂ ਖਾਸ਼ਾਂ ਕਰਕੇ, ਇੰਦਰੀਆਂ ਦੇ ਭੋਗਾਂ ਵਿੱਚ ਫਸ ਕੇ, ਦੁਨੀਆ ਦੇ ਭੈੜੇ ਖੋਟੇ ਪਾਪ ਔਰ ਕਰਮ ਕਰਕੇ ਅਸੀਂ ਮਨ 'ਤੇ ਬਹੁਤ ਜ਼ਿਆਦਾ ਮੈਲਾਂ ਇਕੱਠੀਆਂ ਕਰ ਬੈਠੇ ਹਾਂ। ਸੋ ਇਸ ਵਾਸਤੇ ਆਪ ਪਿਆਰ ਨਾਲ ਸਮਝਾਉਂਦੇ ਹਨ, ਇਹ ਮਨ ਹੈ ਜਿਹੜਾ ਸਾਡੇ ਔਰ ਮਾਲਿਕ ਦੇ ਦਰਮਿਆਨ ਜ਼ਬਰਦਸਤ ਰੁਕਾਵਟ ਬਣ ਕੇ ਖੜਾ ਹੋ ਚੁੱਕਾ ਹੈ। ਜਿਤਨਾ ਚਿਰ ਮਨ ਦੀਆਂ ਮੈਲਾਂ ਦੂਰ ਨਹੀਂ ਹੁੰਦੀਆਂ, ਆਤਮਾ ਬੇਸ਼ੱਕ ਪਰਮਾਤਮਾ ਦੀ ਅੰਸ਼ ਹੈ, ਇਹ ਕਦੇ ਵੀ ਵਾਪਸ ਜਾ ਕੇ ਪਰਮਾਤਮਾ ਦੇ ਮਿਲਣ ਦੇ ਕਾਬਲ ਨਹੀਂ ਹੋ ਸਕਦੀ। ਮਨ ਦੀਆਂ ਮੈਲਾਂ ਕਦੋਂ ਦੂਰ ਹੁੰਦੀਆਂ ਹਨ? ਜਦੋਂ ਮਨ ਵਾਪਸ ਬ੍ਰਹਮ ਤਿਰਕੁਟੀ ਆਪਣੇ ਟਿਕਾਣੇ ਪਹੁੰਚ ਜਾਂਦਾ ਹੈ।
ਹੁਣ ਅਸੀਂ ਸਭ ਦੁਨੀਆ ਦੇ ਜੀਵ ਆਪੋ ਆਪਣੀ ਅਕਲ ਦੇ ਮੁਤਾਬਕ ਹਜ਼ਾਰਾਂ ਹੀ ਜੁਗਤੀਆਂ ਔਰ ਤਰੀਕਿਆਂ ਦੇ ਨਾਲ ਮਨ ਨੂੰ ਨਿਰਮਲ ਪਿਓਰ ਔਰ ਪਵਿੱਤਰ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਜਪ ਤਪ ਕਰਦੇ ਹਾਂ, ਪੂਜਾ ਪਾਠ ਕਰਦੇ ਹਾਂ, ਪੁੰਨ ਦਾਨ ਕਰਦੇ ਹਾਂ, ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਬੈਠਦੇ ਹਾਂ। ਇਹ ਸਾਰੇ ਸਾਧਨ, ਸਾਰੇ ਤਰੀਕੇ ਆਪਾਂ ਮਨ ਨੂੰ ਹੀ ਨਿਰਮਲ ਕਰਨ ਵਾਸਤੇ ਕਰਦੇ ਹਾਂ। ਅਸੀਂ ਹੱਠ ਕਰਮਾਂ ਦੇ ਜ਼ਰੀਏ, ਡਿਸਿਪਲਿਨ ਦੇ ਜ਼ਰੀਏ ਜ਼ਬਰਦਸਤੀ ਇਖਤਿਆਰ ਨੂੰ ਦੁਨੀਆ 'ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਅੱਗੇ ਜਾ ਕੇ ਕਿਤੇ ਅਟੈਚ ਨਹੀਂ ਹੁੰਦਾ, ਦੁਨੀਆ ਵਿੱਚ ਹੀ ਰਿਐਕਟ ਔਰ ਰਿਬਾਊਂਡ ਕਰਨਾ ਸ਼ੁਰੂ ਕਰ ਦਿੰਦਾ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ ਹੱਠ ਕਰਮਾਂ ਦੇ ਜ਼ਰੀਏ, ਡਿਸਿਪਲਿਨ ਦੇ ਜ਼ਰੀਏ ਅਸੀਂ ਕਿਤਨੀ ਕੋਸ਼ਿਸ਼ ਕਰ ਲਈਏ, ਅਸੀਂ ਮਨ ਨੂੰ ਕਦੇ ਨਿਰਮਲ, ਕਦੇ ਪਵਿੱਤਰ ਨਹੀਂ ਕਰ ਸਕਦੇ। ਅਸੀਂ ਕਿਸ ਤਰ੍ਹਾਂ ਮਨ ਨੂੰ ਨਿਰਮਲ ਪਵਿੱਤਰ ਕਰਾਂਗੇ? ਗੁਰ ਪ੍ਰਸਾਦੀ, ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਮਨ ਨਿਰਮਲ ਪਿਓਰ ਔਰ ਪਵਿੱਤਰ ਹੁੰਦਾ ਹੈ। ਗੁਰ ਪ੍ਰਸਾਦੀ ਦਾ ਕੀ ਮਤਲਬ ਹੈ? ਜੋ ਗੁਰਮੁਖ ਸਾਨੂੰ ਮਾਲਕ ਦੇ ਭਗਤੀ ਕਰਨ ਦਾ ਤਰੀਕਾ ਔਰ ਸਾਧਨ ਸਮਝਾਉਂਦੇ ਹਨ, ਉਸ ਨੂੰ ਨਾਮ ਦਾਨ ਕਹਿ ਲਓ, ਗੁਰ ਪ੍ਰਸਾਦ ਕਹਿ ਲਓ, ਇੱਕੋ ਹੀ ਚੀਜ਼ ਹੈ। ਕਿਉਂਕਿ ਗੁਰਮੁਖ ਹਮੇਸ਼ਾ ਨਾਮ ਦਾ ਹੀ ਪ੍ਰਸਾਦ ਦਿੰਦੇ ਹਨ। ਪ੍ਰਸਾਦ ਵੀ ਖੁਸ਼ੀ ਨਾਲ ਦਿੱਤਾ ਜਾਂਦਾ ਹੈ, ਦਾਨ ਵੀ ਖੁਸ਼ੀ ਨਾਲ ਦਿੱਤਾ ਜਾਂਦਾ ਹੈ। ਸਭ ਤੋਂ ਉੱਚਾ ਜਿਹੜਾ ਪ੍ਰਸਾਦ ਗੁਰਮੁਖਾਂ ਦਾ ਹੈ ਉਹ ਨਾਮ ਦੀ ਕਮਾਈ ਕਰਨ ਦਾ ਤਰੀਕਾ ਹੈ। ਜਿਹੜਾ ਉੱਚੇ ਤੋਂ ਉੱਚਾ ਸਾਨੂੰ ਦਾਨ ਦਿੰਦੇ ਹਨ ਉਹ ਨਾਮ ਦਾ ਦਾਨ ਦਿੰਦੇ ਹਨ। ਸੋ ਗੁਰ ਪ੍ਰਸਾਦ ਔਰ ਨਾਮ ਦਾ ਦਾਨ ਇੱਕੋ ਹੀ ਚੀਜ਼ ਹੈ ਕਿ ਜਦੋਂ ਵੀ ਸਾਡਾ ਮਨ ਨਿਰਮਲ ਹੋਵੇਗਾ ਉਸ ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਸਤਿਗੁਰ ਪੁਰਖ ਅੰਮ੍ਰਿਤ ਸਰ ਵੱਡ ਭਾਗੀ ਨਾਵਣ ਆਏ। ਉੱਥੇ ਜਨਮ ਜਨਮ ਕੀ ਮਲ ਉਤਰੇ, ਨਿਰਮਲ ਨਾਮ ਦ੍ਰਿੜਾਏ। ਸਤਿਗੁਰ ਪੁਰਖਾਂ ਦੀ ਸੰਗਤ ਔਰ ਸੋਬਤ ਵਿੱਚ ਜਾਣਾ ਹੀ ਅੰਮ੍ਰਿਤ ਦੇ ਸਰੋਵਰ ਵਿੱਚ ਇਸ਼ਨਾਨ ਕਰਨਾ ਹੈ। ਇਹ ਕਿਹੜਾ ਅੰਮ੍ਰਿਤ ਦਾ ਸਰੋਵਰ ਹੈ? ਜਿੱਥੇ ਕਊਆ ਜਾਂਦਾ ਹੈ, ਨਹਾ ਕੇ ਹੰਸ ਬਣ ਕੇ ਨਿਕਲੇ ਆਉਂਦਾ ਹੈ। ਬਾਹਰ ਕੋਈ ਐਸਾ ਸਰੋਵਰ ਨਹੀਂ ਹੈ ਜਿੱਥੇ ਕਾਂ ਜਾਵੇਗਾ ਔਰ ਨਹਾ ਕੇ ਹੰਸ ਬਣ ਕੇ ਨਿਕਲੇ ਆਵੇਗਾ। ਜਿੱਥੇ ਇਹ ਅੰਦਰ ਦਾ ਸਰੋਵਰ ਹੈ, ਜਿੱਥੇ ਅਸੀਂ ਮਨਮੁਖ ਲੋਕ ਜਾਂਦੇ ਹਾਂ, ਗੁਰਮੁਖ ਬਣ ਕੇ ਆ ਜਾਂਦੇ ਹਾਂ, ਇਹ ਗੁਰਮੁਖਾਂ ਦਾ ਸਤਸੰਗ ਹੈ, ਗੁਰਮੁਖਾਂ ਦੀ ਸੰਗਤ ਹੈ, ਗੁਰਮੁਖਾਂ ਦੀ ਸੋਬਤ ਹੈ। ਲੇਕਿਨ ਇਸ ਅੰਮ੍ਰਿਤ ਦੇ ਸਰੋਵਰ ਵਿੱਚ ਕੌਣ ਇਸ਼ਨਾਨ ਕਰਦਾ ਹੈ? ਗੁਰੂ ਸਾਹਿਬ ਕਹਿੰਦੇ ਵੱਡ ਭਾਗੀ, ਭਾਗਾਂ ਵਾਲੇ ਜੀਵ ਹਨ, ਖੁਸ਼ਕਿਸਮਤ ਜੀਵ ਹਨ, ਜਿਹੜੇ ਦੁਨੀਆ ਦੀ ਲੋਕ ਲਾਜ ਦੀ ਤਾਨਿਆਂ ਮਿਹਣਿਆਂ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਕੀ ਫਾਇਦਾ ਪ੍ਰਾਪਤ ਹੁੰਦਾ ਹੈ? ਉੱਥੇ ਜਨਮ ਜਨਮ ਕੀ ਮਲ ਉਤਰੇ। ਇਹ ਜਨਮਾਂ ਜਨਮਾਂ ਦੀ ਕਿਹੜੀਆਂ ਸਾਡੇ ਮਨ ਤੇ ਮੈੜਾਂ ਚੜੀਆਂ ਹੋਈਆਂ ਹਨ, ਇਹ ਸਾਡੇ ਪਿਛਲੇ ਜਨਮਾਂ ਦੇ ਸਿੰਚਿਤ ਕਰਮ ਹਨ। ਕਰਮਾਂ ਦਾ ਅੱਛਾ ਖਾਸਾ ਵੱਡਾ ਸਾਰਾ ਸਟੋਰ ਹੈ। ਇਹ ਜਿਹੜੀ ਅਸੀਂ ਨਾਮ ਦੀ ਕਮਾਈ ਕਰਦੇ ਹਾਂ, ਇਹ ਸਿੰਚਿਤ ਕਰਮਾਂ ਵਾਸਤੇ ਕਰਦੇ ਹਾਂ। ਕਿਉਂਕਿ ਜਿਹੜੇ ਪ੍ਰਾਰਬਧ ਕਰਮ ਹਨ ਉਹ ਤਾਂ ਦੇਹ ਵਿੱਚ ਬੈਠ ਕੇ ਭੁਗਤ ਲੈਣੇ ਹਨ। ਰੋ ਕੇ ਭੁਗਤ ਲਈਏ, ਹੱਸ ਕੇ ਭੁਗਤ ਲਈਏ, ਭੁਗਤਣੇ ਹੀ ਪੈਣੇ ਹਨ। ਅੱਗੇ ਨੂੰ ਨਾ ਕੋਈ ਭੈੜਾ ਖੋਟਾ ਪਾਪ ਔਰ ਕਰਮ ਕਰਾਂਗੇ ਜਿਸ ਕਰਕੇ ਵਾਪਸ ਦੇਹ ਦੀਆਂ ਬੰਧਨਾਂ ਵਿੱਚ ਆਉਣਾ ਪਵੇ। ਲੇਕਿਨ ਜਿਹੜੇ ਜਨਮਾਂ ਜਨਮਾਂ ਦੇ ਕਰਮ ਇਕੱਠੀ ਕਰੀ ਬੈਠੇ ਹਾਂ, ਉਹਨਾਂ ਨੂੰ ਨਾਸ਼ ਕਰਨ ਦਾ ਤਾਂ ਕੇਵਲ ਇੱਕੋ ਹੀ ਤਰੀਕਾ ਹੈ ਕਿ ਸ਼ਬਦ ਦੀ ਕਮਾਈ ਕਰੀਏ, ਨਾਮ ਦੀ ਕਮਾਈ ਕਰੀਏ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਨਿਰਮਲ ਨਾਮ ਦ੍ਰਿੜਾਵਣਿਆ। ਇਹ ਜਿਹੜੀ ਸਾਡੀ ਆਤਮਾ ਹੈ, ਸ਼ਬਦ ਦੀ ਕਮਾਈ ਕਰਕੇ, ਨਾਮ ਦੀ ਕਮਾਈ ਕਰਕੇ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਕਿ ਨਾਮ ਦੀ ਕਮਾਈ ਕਰਨ ਨਾਲ ਮਨ ਦੀਆਂ ਸਾਰੀਆਂ ਮੈੜਾਂ ਇਸ ਦੇ ਉੱਤੋਂ ਦੂਰ ਹੋ ਜਾਂਦੀਆਂ ਹਨ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਸ਼ਬਦ ਮਰੇ ਮਨ ਨਿਰਮਲ ਸੰਤੋ, ਇਹ ਪੂਜਾ ਥਾਏ ਪਾਈ। ਜਦੋਂ ਉੱਠਦੇ ਬੈਠਦੇ ਚਲਦੇ ਫਿਰਦੇ ਆਪਣੇ ਖਿਆਲ ਨੂੰ ਸ਼ਬਦ ਔਰ ਨਾਮ ਦੇ ਨਾਲ ਜੋੜ ਦਿਆਂਗੇ ਔਰ ਸ਼ਬਦ ਦੇ ਅੰਦਰ ਜਦੋਂ ਲਵਲੀਨ ਹੋ ਜਾਵਾਂਗੇ, ਸਾਡਾ ਮਨ ਨਿਰਮਲ ਹੋ ਜਾਵੇਗਾ, ਪਿਓਰ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਗੁਰੂ ਸਾਹਿਬ ਕਹਿੰਦੇ ਇਹੋ ਅਸਲੀ ਪਰਮਾਤਮਾ ਦੀ ਭਗਤੀ ਹੈ। ਇਸੇ ਭਗਤੀ ਨੇ ਤੁਹਾਨੂੰ ਤੁਹਾਡੇ ਟਿਕਾਣੇ ਤੇ ਪਹੁੰਚਾਉਣਾ ਹੈ। ਸੋ ਜਿਹੜੀ ਚੀਜ਼ ਸਾਡੇ ਰੂਹ ਔਰ ਮਨ ਦੀ ਗੱਟ ਖੋਲ੍ਹਦੀ ਹੈ, ਸਾਡੀ ਆਤਮਾ ਨੂੰ ਨਿਰਮਲ ਕਰਦੀ ਹੈ, ਮਨ ਨੂੰ ਪਿਓਰ ਔਰ ਪਵਿੱਤਰ ਕਰਦੀ ਹੈ, ਉਹ ਗੁਰ ਪ੍ਰਸਾਦ ਹੈ, ਉਹ ਸ਼ਬਦ ਦੀ ਕਮਾਈ ਹੈ, ਉਹ ਨਾਮ ਦੀ ਕਮਾਈ ਹੈ। ਇਸ ਵਾਸਤੇ ਆਪ ਫਰਮਾਉਂਦੇ ਹਨ ਕਿ ਜੋ ਵੀ ਅਸੀਂ ਮਨ ਦੇ ਉੱਤੇ ਗੰਦੇ ਗੁਲਾਬ ਚਾੜੇ ਹੋਏ ਹਨ, ਜਨਮਾਂ ਜਨਮਾਂ ਤੋਂ ਗਲਾਜ਼ਤ ਮਨ ਤੇ ਚਾੜਦੇ ਚਲੇ ਆ ਰਹੇ ਹਾਂ, ਜਦੋਂ ਗੁਰਮੁਖਾਂ ਕੋਲ ਆ ਕੇ ਅਸੀਂ ਸ਼ਬਦ ਦੀ ਕਮਾਈ ਕਰਾਂਗੇ, ਨਾਮ ਦੀ ਕਮਾਈ ਕਰਾਂਗੇ, ਇਹ ਸਭ ਮੈੜਾਂ ਦੂਰ ਹੋ ਜਾਂਦੀਆਂ ਹਨ। ਆਤਮਾ ਨਿਰਮਲ ਹੋ ਜਾਂਦੀ ਹੈ, ਪਿਓਰ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ। ਮਨ ਆਪਣੇ ਟਿਕਾਣੇ ਤੇ ਆ ਜਾਂਦਾ ਹੈ, ਆਤਮਾ ਆਪਣੇ ਟਿਕਾਣੇ ਤੇ ਪਹੁੰਚ ਜਾਂਦੀ ਹੈ। ਰਾਮ ਪੜੋ ਮਨ ਕਰਹੁ
ਗੁਰ ਪ੍ਰਸਾਦੀ ਮੈਲ ਉਤਾਰ ਵਾਦ ਵਿਰੋਧ ਨਾ ਪਾਇਆ ਜਾਏ ਮਨ ਤਨ ਫੀਕਾ ਦੂਜੇ ਪਾਏ। ਫਰਮਾਉਂਦੇ ਹਨ ਬਹਿਸ ਬਬਾਸਾ ਕਰਨ ਦੇ ਨਾਲ, ਗ੍ਰੰਥ ਪੋਥੀਆਂ ਵੇਦ ਸ਼ਾਸਤਰ ਪੜ੍ਹਨ ਦੇ ਨਾਲ ਸਾਡਾ ਮਨ ਕਦੇ ਨਿਰਮਲ ਨਹੀਂ ਹੋ ਸਕਦਾ, ਪਿਓਰ ਨਹੀਂ ਹੋ ਸਕਦਾ, ਪਵਿੱਤਰ ਨਹੀਂ ਹੋ ਸਕਦਾ। ਨਾ ਸਾਡਾ ਮਨ ਪਿਓਰ ਔਰ ਪਵਿੱਤਰ ਹੁੰਦਾ ਹੈ, ਨਾ ਸਾਡਾ ਤਨ ਪਿਓਰ ਔਰ ਪਵਿੱਤਰ ਹੁੰਦਾ ਹੈ। ਜਿਤਨਾ ਚਿਰ ਮਨ ਇਸ ਤਨ ਦੇ ਜ਼ਰੀਏ ਇੰਦਰੀਆਂ ਦੇ ਭੋਗਾਂ, ਵਿਸ਼ਿਆਂ, ਵਕਾਰਾਂ, ਸ਼ਰਾਬਾਂ, ਕਬਾਬਾਂ, ਕੌਮਾਂ, ਮਸਬਾਂ, ਮੁਲਕਾਂ, ਪੁੱਤਰਾਂ, ਧੀਆਂ ਦੇ ਪਿਆਰ ਵਿੱਚ ਫਸਿਆ ਹੋਇਆ ਹੈ, ਇਹ ਤਨ ਸਾਡਾ ਅਤੀ ਗੰਦਾ ਹੋ ਚੁੱਕਾ ਹੈ, ਅਤੀ मैला हो चुका है। मन भी मैला हो गया है, तन भी मैला हो गया है। इस वास्ते गुरु साहब कहते अगर तुसी तन नूं भी निर्मल करना चाहते हो, मन नूं भी निर्मल करना चाहते हो, तुसी ग्रंथ पोथियां वेद शास्त्र पढ़ के नहीं कर सकते, तुसी बहस मबासा करके नहीं कर सकते, तुसी सिर्फ शब्द की कमाई करके कर सकते हो, नाम की कमाई करके कर सकते हो। इसे वास्ते गुरु साहब ने कहा सी पढ़िए जेते बरस बरस, पढ़िए जेते मास, पढ़िए जेते श्वास चासो, पढ़िए जेते आरजा, पढ़िए जेते स्वार्थ, नानक लेखे एक गल हर होमे चखण चाह। तुसी सारी जिंदगी पढ़ो, दिन रात पढ़ो, श्वास श्वास के नाल पढ़ो, इको चीज़ थोड़े लेखे विच लिखी जानी है जिहड़ी थोड़ी सुरत अंदर शब्द नूं पकड़दी है। अगर सुरत अंदर शब्द नूं नहीं पकड़ती, थोड़ा सारा पढ़ना पढ़ाना फजूल चले जाता है। गुरु साहब कहते पढ़ पढ़ पंडित औरां समझाए, घर जलते की खबर ना पाए। पंडित या भाई लोग दुनिया नूं पढ़ पढ़ के जरूर समझाउण दी कोशिश करते हैं। जिहड़े अपने घर काम क्रोध दो मोह हंकार दी अग लगी हुई है, ना उस अग्नि का पता है, ना कदे बुझाउण दे मतलब असीं विचार कीता है। गुरु साहब कहते पढ़ पढ़ थाके शांत ना आए, बिन सतगुर कोई नाम ना पाए। तुसी पढ़ पढ़ के थक जावो, चूर हो जावो, थोड़े मन में कदे सुख और शांति नहीं आ सकती। जितना चर गुरमुखां कोल जाके शब्द की कमाई नहीं करते, नाम की कमाई नहीं करते। ये साढ़े ग्रंथ पोथियां वेद शास्त्र क्या चीज़ां हैं। तुसी देखो ऋषियां मुनियां ने, गुरु साहबान ने, संतां महात्मा ने, मालिक दे भगतां और प्यारियां ने, पीरां पैगंबरां ने मेहनतां कीतियां, मालिक नाल वसाल कीता। जो जो नज़ारे उन्हां नूं रस्ते विच आए, जो जो मुश्किलां उन्होंने रस्ते विच महसूस कीतियां, उन्होंने दूर करने वास्ते, उन्होंने नज़ारियां दे मतलब लिखण वास्ते सारा जिक्र ग्रंथां पोथियां वेदां शास्त्रां विच कर दिता। ये जो भी साडियां मतबरक रूहानी धर्म पुस्तकां हैं, ये उन्हां महात्मा दे रूहानी तजर्बे दा रिकॉर्ड हैं। उन्होंने पढ़न दे नाल उन्हां दे रूहानी तजर्बे दा रिकॉर्ड पता लगता है। सानू तो अंदर कुछ नज़र नहीं आता। अगर असी पढ़ के उन्होंने तजर्बे तो फायदा उठा के उन्होंने मशवरे के मुताबिक उन्होंने रुकावटां नूं रस्ते चों दूर कर लवांगे, वो रूहानी तजर्बे साडे हो जाणगे और वो मुश्किलां साडे रस्ते चों दूर हो जाणगियां। अगर किसी ने कश्मीर की वैली देखण जाना है, कश्मीर की गाइड बुक पढ़ोगे, गाइड बुक पढ़न दे नाल तुहानूं कश्मीर की वैली की खूबसूरती का कदे पता नहीं लग सकता। शौक पैदा हो जाएगा और शौक पैदा हो जाएगा, जान दे मतलब हर किस्म की इन्फॉर्मेशन तुहानूं मिल जाएगी। रस्ते दीयां दुश्वार घाटियां का पता लग जाएगा, दूर करन दा तरीका पता लग जाएगा। लेकिन जितना चिर उस गाइड बुक की इन्फॉर्मेशन के मुताबिक घाटियां नहीं क्रॉस करांगे, उत्थे श्रीनगर नहीं पहुँचांगे, असी वैली नूं किस वैली की खूबसूरती किस तरह देख सकते हैं। असी इन्हां छोटियां छोटियां गल्लां ते भुल्ले बैठे हाँ। असी ग्रंथां पोथियां वेदां शास्त्रां नूं पढ़ना पढ़ाउणा मुक्ति समझी बैठे हाँ। की पढ़ते हाँ, की पढ़ाउंदे हाँ, ना किसी को खुद बैठ के पढ़न की फुरसत है, ना बैठ के सुनन की फुरसत है। वो पंडित और भाई गरीब घर पढ़ते रहते हैं, असी दुनिया के सैर रंग तमाशे देखण लगे हुए हाँ और मन भी सोचते हाँ कितना पुन खट्टन लगे हुए हैं। खुद बैठ के पढ़िए, खुद बैठ के सुनिए, महात्मा के बचन साडे कन्नां विच पै, सानू अपने त्रुटियां
और कमज़ोरियां का पता लगे, उन्होंने दूर करने का शौक और प्यार पैदा होवे, तरीका पता लगे, उस पढ़न का भी फायदा होवे, पढ़ाउण का भी फायदा होवे। असीं तां रिचुअल और सैरेमनी बनाई हुई है, पढ़ी जाओ आपे मुक्ति हो जाएगी। इस वास्ते गुरु साहब कहते हैं, गुरु साहब पढ़न के बरखिलाफ नहीं है, लेकिन जिस ख्याल नूं लैके असीं पढ़दे हां उस ख्याल के बरखिलाफ हैं। अगर तुसी डॉक्टर की किताब लैके सारा दिन पढ़ते रहोगे, थोड़े जिसम चो बीमारियां तो कदे दूर नहीं होणियां। अगर उसे डॉक्टर की किताब के मुताबिक उन्होंने नुस्खियां के मुताबिक दवाइयां का इस्तेमाल करना शुरू कर दो, जिसम चो बीमारियां अपने आप ही दूर हो जाएगियां। रेलवे के टाइम टेबल पढ़न के नाल कदे किसी का रेलवे का सफ़र तय नहीं होया। इनफॉर्मेशन के मुताबिक टिकट लैके गड्डी में बैठ जाओ, सफ़र तो अपने आप ही तय होना शुरू हो जाता है। इस वास्ते गुरु साहब कहते पढ़न पढ़ाउण दे विच मुक्ति नहीं है, बहस मुबासे करन दी आदत पैदा हो जाती है। अपने आप को आलम फादर सब समझना शुरू कर देंगे हाँ, लोगों को छोटा समझना शुरू कर देंगे हाँ। इसे वास्ते बुल्ले शाह ने कहा सी, इल्मो बस करियो यार इको हर फेरे दसकार। बहुता इल्म इजरा दीन ने पढ़िया, चुग्गा उससे दा ही गढ़िया। तुसी देखो रावण टीकाकार पंडित सी, लेकिन उसकी बुद्ध नूं की हो गया। इस वास्ते महात्मा कहते पढ़न दे विच मुक्ति नहीं है, जो कुछ पढ़ते हैं उसके उत्ते अमल करन दे उत्ते मुक्ति है। वाद विरोध ना पाया जाए, मन तन फीका दूजे पाए। गुर के शब्द सच लेव लाए, गुर का शब्द सच लेव लाए। जो सानू गुरमुखां ने शब्द और नाम की कमाई करन दा तरीका दस्या है, उस दे मुताबिक जदों सिमरन और ध्यान के जरिए नवां दुआरियां चो ख्याल कढ़ के अखां पिछे इकट्ठा करते हाँ, ये साडा तन निर्मल हो जाता है। क्योंकि मन इंद्रियां दे भोगां की तरफ नीचे नहीं आउंदा। जदों फिर अंदरों शब्द नूं पकड़ के मन वापस ब्रह्म त्रिकुटी अपने टिकाणे ते पहुँच जाता है, साडा मन निर्मल हो जाता है। सो गुरु साहब कहते असी गुरमुखां दे उपदेश ते तुसी चल के तन नूं भी निर्मल कर सकते हो, मन नूं भी निर्मल कर सकते हो, और सच्चे परमात्मा दे नाल तुहाडा सच्चा इश्क पैदा हो जाता है, सच्चा प्यार पैदा हो जाता है। झूठी दुनिया चो तुहाडा झूठा मोह झूठा प्यार निकल जाता है। सच्चे परमात्मा नाल तुहाडा सच्चा इश्क सच्चा प्यार पैदा हो जाता है। इसे वास्ते गुरु साहब ने कहा सी, गुर शब्द की सच्ची लिव लाए। जिस वक्त जाके गुरमुखां कोल तुसी शब्द और नाम की कमाई करोगे, झूठी दुनिया चो झूठा मोह झूठा प्यार निकल जाएगा, सच्चे परमात्मा का सच्चा मोह और सच्चा प्यार पैदा हो जाएगा। ये साडा जिहड़ा मन है ये लज्जत दा आशिक है। जितना चिर इसनूं दुनिया दे मोह दुनिया दे प्यार तो उच्चा और सुच्चा प्यार नहीं मिलेगा, ये दुनिया का मोह और प्यार कदे छड्डण नूं तैयार नहीं हुंदा। किस चीज़ की लज्जत है, किस चीज़ का प्यार है, जिसनूं पा के ही साडा मन दुनिया का मोह और प्यार छड्डदा है। गुरु नानक साहब कहते नाम मिले मन तृप्तिए बिन नामे तिरक जीवा। ये जिहड़ा मन हिरन की तरह विषयां वकारां विच फस के भटकदा और तड़फदा फिरदा है, जिस वक्त अंदरों इसनूं अमृत भरिया होया नाम मिल जाएगा, ये अंदर तृप्त आ जाएगी, संतोख आ जाएगा, सबर आ जाएगा। क्योंकि गुरु साहब कहते हर हर नाम अमृत रस मीठा। वो नाम अमृत है और उसकी लज्जत बहुत मिठी है। मिठी इसे वास्ते कहते हैं कि हुण जिहड़े पुत्रां धीआं दे प्यार मिठे लगते हैं, कौमां मसबां मुल्कां दे झगड़े मिठे लगते हैं, शराबां कबाबां दीआं रस्तां मिठियां लगदियां हैं, लोकां दे गले कटणे मिठे लगते हैं, फिक्के लगने शुरू हो जाणगे। जिन्हों हीरे जवाहरात मिल जाते हैं कोई कौडियां मगर दर ठोकरा नहीं खाते। लड़कियां गुड्डियां पटोलियां नाल उतना अरसा खेलदियां हैं जितना चलो उन्हां दी शादी नहीं हुंदी। सो जिहड़ी शब्द और नाम की अटैचमेंट है वो हमेशा वास्ते सानू दुनिया की तरफों डिटैच करना शुरू कर दिंदी है। इसे वास्ते गुरु साहब ने कहा सी, गुर का शब्द महारस मीठा बिन चाके साध लाए।
ਜਿਸ ਸ਼ਬਦ ਦੇ ਨਾਲ ਗੁਰਮੁਖ ਸਾਡੇ ਖਿਆਲ ਨੂੰ ਜੋੜਦੇ ਹਨ ਉਸ ਨੂੰ ਮਹਾਰਸ ਮਿੱਠਾ ਕਹਿੰਦੇ ਹਨ ਕਿ ਇਤਨੀ ਉਸ ਦੀ ਲਜ਼ਤ ਹੈ ਕਿ ਦੁਨੀਆ ਦੀ ਕਿਸੇ ਚੀਜ਼ ਨਾਲ ਮੁਕਾਬਲਾ ਹੀ ਨਹੀਂ ਕੀਤਾ ਜਾ ਸਕਦਾ। ਉਹ ਚੱਖਣ ਨਾਲ ਤਲਕ ਰੱਖਦਾ ਹੈ, ਟੇਸਟ ਕਰਨ ਨਾਲ ਤਲਕ ਰੱਖਦਾ ਹੈ, ਗੱਲਾਂ ਬਾਤਾਂ ਦਾ ਮਜ਼ਮੂਨ ਨਹੀਂ ਹੈ। ਇਸ ਵਾਸਤੇ ਤੇ ਗੁਰੂ ਸਾਹਿਬ ਕਹਿੰਦੇ ਸਾਡਾ ਸੱਚੇ ਪਾਲਕ ਨਾਲ ਇਸ਼ਕ ਪੈਦਾ ਹੋ ਜਾਂਦਾ ਹੈ, ਸੱਚੇ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਂਦਾ ਹੈ। ਗੁਰ ਕੈ ਸ਼ਬਦ ਸੱਚ ਲਿਵ ਲਾਏ, ਹਉਮੈ ਮੈਲਾ ਇਹੋ ਸੰਸਾਰ, ਨਿਤ ਤੀਰਥ ਨਾਵੇ ਨਾ ਜਾਏ ਅਹੰਕਾਰ, ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਬਿਨ ਗੁਰ ਭੇਟੇ ਜਮ ਕਰੇ ਖੁਆਰਾ। ਆਪ ਫਰਮਾਉਂਦੇ ਹਨ ਅਸੀਂ ਸਭ ਦੁਨੀਆ ਦੇ ਜੀਵ ਮਾਇਆ ਦੇ ਜਾਲ ਵਿੱਚ ਫਸ ਕੇ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ। ਮਾਲਕ ਦਾ ਕਿਸੇ ਨੂੰ ਪਤਾ ਨਹੀਂ, ਮਾਲਕ ਦੀ ਤਰਫ ਕਿਸੇ ਦਾ ਧਿਆਨ ਹੀ ਨਹੀਂ ਜਾਂਦਾ। ਸਭ ਅਸੀਂ ਮੋਹ ਦੀ ਮਿੱਠੀ ਨੀਂਦ ਸੁੱਤੇ ਹੋਏ ਹਾਂ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਮਾਇਆ ਮੋਹ ਸਭ ਜਗ ਸੋਇਆ, ਭਰਮ ਕਹੋ ਇਹ ਕਿਉਂ ਜਾਈ। ਅਸੀਂ ਇਸ ਭਰਮ ਵਿੱਚ ਫਸੇ ਹੋਏ ਹਾਂ ਕਿ ਜੋ ਕੁਝ ਅੱਖਾਂ ਨਾਲ ਦੇਖਦੇ ਹਾਂ ਇਸ ਨੂੰ ਅਸੀਂ ਸਮਝੀ ਬੈਠੇ ਹਾਂ, ਲੇਕਿਨ ਇਹਨੇ ਤਾਂ ਨਾਸ਼ ਹੋ ਜਾਣਾ ਹੈ, ਇਹਨੇ ਤਾਂ ਫਨਾ ਹੋ ਜਾਣਾ ਹੈ। ਅਸਲ ਸਮਝ ਕੇ ਇਹਦੇ ਨਾਲ ਪਿਆਰ ਪਾਈ ਬੈਠੇ ਹਾਂ, ਇਹਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਸਾਡੇ ਬਣਦੇ ਨਹੀਂ, ਅਸੀਂ ਦੁਖੀ ਹੋ ਜਾਂਦੇ ਹਾਂ, ਅਸੀਂ ਰੋਣਾ ਪਿੱਟਣਾ ਸ਼ੁਰੂ ਕਰ ਦਿੰਦੇ ਹਾਂ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਨਾਨਕ ਹਉਮੈ ਰੋਗ ਬੁਰੇ, ਜਹਾਂ ਦੇਖਾਂ ਤਾਂ ਏਕਾ ਬੇਦਨ। ਗੁਰੂ ਸਾਹਿਬ ਕਹਿੰਦੇ ਹਉਮੈ ਦੀ ਬੜੀ ਬੁਰੀ ਬਿਮਾਰੀ ਹੈ। ਜਿੱਧਰ ਵੀ ਆਪ ਦੁਨੀਆ ਵਿੱਚ ਨਜ਼ਰ ਮਾਰਦੇ ਹਨ ਸਭ ਦੁਨੀਆ ਦੇ ਜੀਵ ਇੱਕੋ ਬਿਮਾਰੀ ਵਿੱਚ ਫਸੇ ਹੋਏ ਨਜ਼ਰ ਆਉਂਦੇ ਹਨ। ਕਿਹੜੀ ਬਿਮਾਰੀ ਹੈ? ਹਉਮੈ ਦੀ ਬਿਮਾਰੀ ਹੈ, ਮੈਂ ਮੇਰੀ ਦੀ ਬਿਮਾਰੀ ਹੈ, ਖੁਦੀ ਸੈਲਫ ਈਗੋ ਦੀ ਬਿਮਾਰੀ ਹੈ। ਇਹ ਮੇਰੀ ਔਲਾਦ ਹੈ, ਮੇਰੀ ਜਾਇਦਾਦ ਹੈ, ਮੇਰੇ ਔਰ ਮੇਰਾ ਮਕਾਨ ਹੈ, ਮੇਰੀ ਕੌਮ ਹੈ, ਮੇਰਾ ਮਜ਼ਹਬ ਹੈ, ਮੇਰਾ ਮੁਲਕ ਹੈ। ਇਹ ਸਭ ਕੁਛ ਹੀ ਮਾਲਕ ਦਾ ਹੈ। ਅਸੀਂ ਆਪਣੇ ਆਪ ਤੋਂ ਮਾਲਕ ਤੋਂ ਅਲੱਗ ਸਮਝੀ ਬੈਠੇ ਹਾਂ। ਇਹਨਾਂ ਨੂੰ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਨਾ ਅੱਜ ਤੱਕ ਕਦੇ ਕਿਸੇ ਦੇ ਬਣੇ ਹਨ, ਨਾ ਕਦੇ ਬਣ ਹੀ ਸਕਦੇ ਹਨ, ਲੇਕਿਨ ਜਿਹੜੀ ਆਪਣੀ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ ਉਹ ਸਾਡਾ ਇਹਨਾਂ ਨਾਲ ਮੋਹ ਪੈਦਾ ਕਰ ਦਿੰਦਾ ਹੈ, ਇਹਨਾਂ ਨਾਲ ਪਿਆਰ ਪੈਦਾ ਕਰ ਦਿੰਦਾ ਹੈ। ਔਰ ਇਹਨਾਂ ਦਾ ਮੋਹ ਔਰ ਪਿਆਰ ਹਰ ਇੱਕ ਨੂੰ ਬਾਰ-ਬਾਰ ਦੇਹ ਦੀਆਂ ਬੰਧਨਾਂ ਵਿੱਚ ਖਿੱਚ ਕੇ ਲੈ ਆਉਂਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਹਉਮੈ ਪਾਇਆ ਜਗਤ ਉਪਾਇਆ। ਜੋ ਵੀ ਦੁਨੀਆ ਦੀ ਰਚਨਾ ਸਾਨੂੰ ਅੱਖਾਂ ਨਾਲ ਨਜ਼ਰ ਆਉਂਦੀ ਹੈ ਮਾਲਕ ਨੇ ਹਉਮੈ ਦੇ ਜ਼ਰੀਏ ਹੀ ਪੈਦਾ ਕੀਤੀ ਹੈ। ਅਗਰ ਹਉਮੈ ਸਾਡੇ ਅੰਦਰ ਨਾ ਹੋਵੇ ਅਸੀਂ ਕਦੇ ਵੀ ਰਚਨਾ ਦਾ ਹਿੱਸਾ ਨਹੀਂ ਰਹਾਂਗੇ, ਅਸੀਂ ਰਚਨਾ ਕਰਨ ਵਾਲੇ ਦੇ ਅੰਦਰ ਜਾ ਕੇ ਸਮਾ ਜਾਵਾਂਗੇ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਅਸੀਂ ਸਾਰੇ ਹਉਮੈ ਦੀ ਬਿਮਾਰੀ ਵਿੱਚ ਫਸੇ ਹੋਏ ਹਾਂ। ਜਦੋਂ ਮਹਿਸੂਸ ਕਰਦੇ ਹਾਂ ਕਿ ਅਸੀਂ ਮਾਇਆ ਦੇ ਮੋਹ ਮਾਇਆ ਦੇ ਪਿਆਰ ਵਿੱਚ ਉਲਝੇ ਬੈਠੇ ਹਾਂ, ਫਿਰ ਅਸੀਂ ਮਨ ਨੂੰ ਨਿਰਮਲ ਪਿਓਰ ਪਵਿੱਤਰ ਕਰਨ ਵਾਸਤੇ ਕੀ ਕਰਦੇ ਹਾਂ? ਤੀਰਥ ਯਾਤਰਾ ਕਰਨੀ ਸ਼ੁਰੂ ਕਰ ਦਿੰਦੇ ਹਾਂ, ਜਪ ਤਪ ਪੂਜਾ ਪਾਠ ਕਰਨਾ ਸ਼ੁਰੂ ਕਰ ਦਿੰਦੇ ਹਾਂ, ਪੁੰਨ ਦਾਨ ਕਰਨਾ ਸ਼ੁਰੂ ਕਰ ਦਿੰਦੇ ਹਾਂ, ਘਰ-ਬਾਰ ਛੱਡ ਕੇ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪਣਾ ਸ਼ੁਰੂ ਕਰ ਦਿੰਦੇ ਹਾਂ। ਗੁਰੂ ਨਾਨਕ ਸਾਹਿਬ ਕਹਿੰਦੇ ਇਸ ਕਿਰਿਆ ਕਰਮ ਨਾਲ ਹੱਠ ਕਰਮਾਂ ਦੇ ਜ਼ਰੀਏ ਤੁਸੀਂ ਕਦੇ ਵੀ ਦੁਨੀਆ 'ਚੋਂ ਮੋਹ ਨਹੀਂ ਕੱਢ ਸਕਦੇ, ਕਦੇ ਵੀ ਦੁਨੀਆ 'ਚੋਂ ਪਿਆਰ ਨਹੀਂ ਕੱਢ ਸਕਦੇ। ਜਿਤਨਾ ਚਿਰ ਆਪਣੇ ਆਪ ਨੂੰ ਗੁਰਮੁਖਾਂ ਦੇ ਸਪੁਰਦ ਨਹੀਂ ਕਰਦੇ, ਗੁਰਮੁਖਾਂ ਦੇ ਨਹੀਂ ਭੇਟਦੇ। ਕਿਆ ਜਿਤਨਾ ਚਿਰ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸ਼ਬਦ ਦੀ ਕਮਾਈ ਨਹੀਂ ਕਰੋਗੇ, ਨਾਮ ਦੀ ਕਮਾਈ ਨਹੀਂ ਕਰੋਗੇ, ਤੁਹਾਡਾ ਇਸ ਰਚਨਾ 'ਚੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ ਹਰ ਇੱਕ ਸੋਗ ਨਗਰ ਇਹ ਕੀਆ ਸੇ ਉਪਰੇ ਜੋ ਸਤਿਗੁਰ ਸਰਨਈਆ। ਇਹ ਦੁਨੀਆ ਤਾਂ ਪੁੰਨਾਂ ਔਰ ਪਾਪਾਂ ਦੀ ਬਣੀ ਹੋਈ ਹੈ। ਜੋ ਪਿੱਛੇ ਪੁੰਨ ਔਰ ਪਾਪ ਕੀਤੇ ਸੀ ਹੁਣ ਨਤੀਜਾ ਭੁਗਤਣ ਲੱਗੇ ਹੋਏ ਹਾਂ, ਉਸੇ ਤਰ੍ਹਾਂ ਪੁੰਨ ਔਰ ਪਾਪ ਦਿਨ ਰਾਤ ਕਰੀ ਜਾਂਦੇ ਹਾਂ, ਫਿਰ ਨਤੀਜਾ ਭੁਗਤਣ ਵਾਸਤੇ ਆ ਜਾਵਾਂਗੇ। ਇੱਥੋਂ ਨਿਕਲਣ ਦਾ ਇੱਕੋ ਤਰੀਕਾ ਹੈ ਸੇ ਉਪਰੇ ਜੋ ਸਤਿਗੁਰ ਸਰਨਈਆ, ਜਿਹੜੇ ਗੁਰਮੁਖਾਂ ਦੀ ਸ਼ਰਨ ਹਾਸਲ ਕਰ ਲੈਂਦੇ ਹਨ। ਇਸੇ ਵਾਸਤੇ ਗੁਰੂ ਘਰ ਨੇ ਕਿਹਾ ਸੀ ਦਰਸ਼ਨ ਪੇਂਟ ਪਾਪ ਸਭ ਨਾਸ਼ੇ ਹਰ ਸੇ ਦਿਓ ਮਲਾਈ।
ਜਦੋਂ ਅਸੀਂ ਗੁਰਮੁਖਾਂ ਦੇ ਦਰਸ਼ਨਾਂ ਨੂੰ ਆਪਣੇ ਆਪ ਨੂੰ ਪੇਂਟ ਕਰ ਦਿੰਦੇ ਹਾਂ, ਉਹਨਾਂ ਦੇ ਸਪੁਰਦ ਕਰ ਦਿੰਦੇ ਹਾਂ, ਉਹਨਾਂ ਦੇ ਅੰਦਰ ਜਜ਼ਬ ਲਵਲੀਨ ਹੋ ਜਾਂਦੇ ਹਾਂ, ਉਹਨਾਂ ਦਾ ਰੂਪ ਹੋ ਜਾਂਦੇ ਹਾਂ, ਔਰ ਫਿਰ ਸਾਡੇ ਪਾਪਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਉਹ ਸਾਨੂੰ ਵਾਪਸ ਮਾਲਿਕ ਨਾਲ ਮਿਲਾ ਦਿੰਦੇ ਹਨ। ਕਹੋ ਨਾਨਕ ਜਿਨ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਸਤਿਗੁਰ ਕਦੋਂ ਮਿਲਦੇ ਹਨ? ਜਦੋਂ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਹਵਾਲੇ ਕਰ ਦਿੰਦੇ ਹਾਂ, ਜਦੋਂ ਅਸੀਂ ਉਹਨਾਂ ਦੇ ਹੋ ਜਾਂਦੇ ਹਾਂ, ਹੋਰ ਕਿਸੇ ਦੀ ਦੁਨੀਆ ਵਿੱਚ ਨਹੀਂ ਰਹਿੰਦੇ, ਸਿਰਫ ਉਹਨਾਂ ਦੇ ਬਣ ਜਾਂਦੇ ਹਾਂ, ਫਿਰ ਸਾਡੇ ਸਾਰਾ ਕਰਮਾਂ ਦਾ ਸਿਲਸਿਲਾ ਖਤਮ ਹੋ ਜਾਂਦਾ ਹੈ। ਇਸੇ ਵਾਸਤੇ ਸਵਾਮੀ ਜੀ ਨੇ ਕਿਹਾ ਸੀ, ਸਤਿਗੁਰ ਸ਼ਰਨ ਗਹੁ ਮੇਰੇ ਪਿਆਰੇ ਕਰਮ ਜਗਾਤ ਚੁਕਾਏ। ਇਹ ਜੋ ਵੀ ਸਾਡਾ ਕਰਮਾਂ ਦਾ ਸਿਲਸਿਲਾ ਹੈ, ਜਿਤਨਾ ਚਿਰ ਇਹ ਖਤਮ ਨਹੀਂ ਹੁੰਦਾ, ਅਸੀਂ ਕਦੇ ਮਾਲਕ ਨੂੰ ਨਹੀਂ ਮਿਲ ਸਕਦੇ। ਇਹਨੂੰ ਖਤਮ ਕਰਨ ਦਾ ਤਰੀਕਾ ਹੀ ਇੱਕੋ ਹੈ, ਸਤਿਗੁਰ ਸ਼ਰਨ, ਗੁਰਮੁਖਾਂ ਦੀ ਸ਼ਰਨ ਵਿੱਚ ਜਾਓ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲੋ। ਇਸ ਵਾਸਤੇ ਇੱਥੇ ਗੁਰੂ ਨਾਨਕ ਸਾਹਿਬ ਪਿਆਰ ਨਾਲ ਸਮਝਾਉਂਦੇ ਹਨ ਕਿ ਜਿਤਨਾ ਚਿਰ ਤੁਸੀਂ ਉਹਨਾਂ ਦੇ ਉਪਦੇਸ਼ ਉੱਤੇ ਨਹੀਂ ਚੱਲੋਗੇ, ਤੁਹਾਡਾ ਦੇਹ ਦੇ ਬੰਧਨਾਂ ਤੋਂ ਕਦੇ ਵੀ ਛੁਟਕਾਰਾ ਨਹੀਂ ਹੋ ਸਕਦਾ। ਪੰਜਵੀਂ ਪਾਤਸ਼ਾਹੀ ਕਹਿੰਦੇ ਹਨ, ਜਿਸ ਕਾ ਗ੍ਰਹਿ ਤਿਲ ਦਿਆ ਤਾਲਾ ਕੁੰਜੀ ਗੁਰਸੋਂ ਪਾਈ, ਅਨਕ ਅਪਾਓ ਕਰੇ ਨਹੀਂ ਪਾਏ ਬਿਨ ਸਤਿਗੁਰ ਸਰਨਾਈ। ਜਿਸ ਪਰਮਾਤਮਾ ਨੇ ਤੁਹਾਨੂੰ ਪੈਦਾ ਕੀਤਾ ਹੈ, ਉਹਨੇ ਨਾਮ ਰੂਪੀ ਦੌਲਤ ਤੁਹਾਡੇ ਅੰਦਰ ਤੁਹਾਡੀ ਖਾਤਰ ਰੱਖ ਕੇ ਉਸ ਨੂੰ ਹਾਸਲ ਕਰਨ ਦਾ ਜਿਹੜਾ ਭੇਦ ਹੈ ਉਹ ਗੁਰਮੁਖਾਂ ਦੇ ਹਵਾਲੇ ਕਰ ਦਿੱਤਾ ਹੈ। ਤੁਸੀਂ ਮਨ ਬੁੱਧੀ ਨਾਲ ਉਸ ਚੀਜ਼ ਨੂੰ ਕਿਤਨਾ ਆਪਣੀ ਬਣਾਉਣ ਦੀ ਕੋਸ਼ਿਸ਼ ਕਰੋ, ਤੁਸੀਂ ਕਾਮਯਾਬ ਨਹੀਂ ਹਾਸਲ ਕਰ ਸਕੋਗੇ ਜਿਤਨਾ ਚਿਰ ਤੁਸੀਂ ਗੁਰਮੁਖਾਂ ਦੀ ਸ਼ਰਨ ਹਾਸਲ ਨਹੀਂ ਕਰਦੇ, ਮਨ ਦੀ ਮੱਤ ਛੱਡ ਕੇ ਉਹਨਾਂ ਦੀ ਮੱਤ ਉੱਤੇ ਨਹੀਂ ਚੱਲਦੇ। ਇਸ ਵਾਸਤੇ ਗੁਰੂ ਨਾਨਕ ਸਾਹਿਬ ਕਹਿੰਦੇ, ਗੁਰਮੁਖਾਂ ਦੇ ਆਪਣੇ ਆਪ ਨੂੰ ਪੇਂਟ ਕਰਨਾ ਪੈਂਦਾ ਹੈ, ਸਪੁਰਦ ਕਰਨਾ ਪੈਂਦਾ ਹੈ, ਉਹਨਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲਣਾ ਪੈਂਦਾ ਹੈ। ਬਿਨ ਗੁਰ ਭੇਟੇ ਜਮ ਕਰੇ ਖੁਆਰਾ, ਸੋ ਜਨ ਸਾਚਾ ਜੇ ਹੋ ਮੈਂ ਮਾਰੇ। ਗੁਰ ਕਾ ਸ਼ਬਦ ਪੰਚ ਸ਼ਿੰਗਾਰੇ। ਜਿਹੜਾ ਆਪਣੇ ਅੰਦਰੋਂ ਹਉਮੈ ਦੀ ਬਿਮਾਰੀ ਨੂੰ ਦੂਰ ਕਰ ਲੈਂਦਾ ਹੈ, ਉਹ ਸਾਚਾ ਹੋ ਜਾਂਦਾ ਹੈ ਕਿ ਉਸ ਦਾ ਮਰਨ ਜੰਮਣ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ, ਔਰ ਪੰਜਾਂ ਡਾਕੂਆਂ ਤੋਂ ਛੁਟਕਾਰਾ ਹੋ ਜਾਂਦਾ ਹੈ। ਗੁਰੂ ਸਾਹਿਬ ਦੇ ਕਹਿਣ ਦਾ ਮਤਲਬ ਕਿ ਹਉਮੈ ਦੀ ਬਿਮਾਰੀ ਦੂਰ ਕਰਨ ਦਾ ਕੇਵਲ ਇੱਕੋ ਤਰੀਕਾ ਹੈ ਕਿ ਸ਼ਬਦ ਔਰ ਨਾਮ ਦੀ ਕਮਾਈ ਕਰੋ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਹਉਮੈ ਦੀਰਘ ਰੋਗ ਹੈ दारू भी इसमा है, कृपा करे जे अपने गुर का शब्द कमाए। हमें बड़ी पुरानी बीमारी है, लेकिन मालिक ने इलाज भी साढ़े अंदर रखा होया है। वो कृपा करे, दया करे, मेहर करे, साडा ख्याल नूं शब्द और नाम दे नाल जोड़ देवे, तां ही साडा हौमे दी बीमारी तो दूर हुंदा है। इसे वास्ते गुरु साहब ने दावे नाल कहा सी, बिन शब्दे हौमे किल मारी। जितना मर्जी जंगलों पहाड़ों में छुप के देख लो, जितना चिर तुसी शब्द की लज्जत हासिल नहीं करते, नाम की लज्जत हासिल नहीं करते, थोड़े अंदरों हौमे किस तरह निकल सकती है, दुनिया का मोह, दुनिया का प्यार किस तरह निकल सकता है। गुरु नानक साहब कहते, हौमे पाया जगत पाया, शब्द वसे बिख जाए। हौमे के जरिए ही असी इस रचना का हिस्सा बने बैठे हाँ। शब्द वसे बिख जाए, जिदन साढ़े अंदर शब्द वस जाएगा, नाम वस जाएगा, ये हौमे की जहर साढ़े अंदरों निकल जाती है। सो जिहड़ी चीज़ साढ़े अंदरों हौमे की बीमारी, मैं मेरी दी बीमारी, माया दे मोह, माया दे प्यार नूं साढ़े अंदरों दूर करती है, वो केवल शब्द की कमाई है, वो केवल नाम की कमाई है। सो जन साचा जय ओ मारे, गुर के शब्द पंच श्रृंगारे, आप तरै सगले कुल तारे। ਜਿਹੜੇ ਲੋਕ ਸ਼ਬਦ ਔਰ ਨਾਮ ਦੀ ਕਮਾਈ ਕਰਕੇ ਆਪਣੇ ਅੰਦਰੋਂ ਹਉਮੈ ਦੀ ਰੁਕਾਵਟ ਨੂੰ ਦੂਰ ਕਰ ਦਿੰਦੇ ਹਨ, ਉਹ ਖੁਦ ਤਾਂ ਭਵਸਾਗਰ ਤੋਂ ਪਾਰ ਹੋ ਹੀ ਜਾਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਔਰ ਸੋਬਤ ਵਿੱਚ ਜਾਂਦੇ ਹਾਂ, ਉਹ ਸਾਡੇ ਵੀ ਖਿਆਲ ਨੂੰ ਉਸੇ ਤਰ੍ਹਾਂ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਭਵਸਾਗਰ ਤੋਂ ਪਾਰ ਕਰ ਦਿੰਦੇ ਹਨ।
ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ ਮੁਕਤਾ ਸੇਵੇ ਮੁਕਤਾ ਹੋਵੇ, ਹਉਮੈ ਮਮਤਾ ਸ਼ਬਦੇ ਖੋਵੇ। ਜਿਹੜੇ ਹਉਮੈ ਔਰ ਮਮਤਾ ਨੂੰ ਸ਼ਬਦ ਦੀ ਕਮਾਈ ਕਰਕੇ ਆਪਣੇ ਅੰਦਰੋਂ ਖੋ ਦਿੰਦੇ ਹਨ, ਉਹ ਮੁਕਤੀ ਹਾਸਲ ਕਰਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਕਰਦੇ ਹਾਂ, ਅਸੀਂ ਉਹਨਾਂ ਦੀ ਸੋਬਤ ਕਰਦੇ ਹਾਂ, ਉਹ ਵੀ ਉਸੇ ਤਰ੍ਹਾਂ ਸਾਡੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਮੁਕਤਾ ਬਣਾ ਲੈਂਦੇ ਹਨ। ਗੁਰੂ ਸਾਹਿਬ ਕਹਿੰਦੇ ਪਵਿੱਤ ਪਾਵਨ ਸੇਜਨ ਸਾਚੇ, ਇੱਕ ਸ਼ਬਦ ਲਿਵ ਲਾਈ। ਜਿਹੜੇ ਲੋਕ ਸਾਰੇ ਦੁਨੀਆ 'ਚੋਂ ਮੋਹ ਔਰ ਪਿਆਰ ਕੱਢ ਕੇ ਇੱਕ ਸ਼ਬਦ ਦੇ ਨਾਲ ਜੁੜ ਜਾਂਦੇ ਹਨ, ਉਹ ਖੁਦ ਤਾਂ ਪਿਓਰ ਔਰ ਪਵਿੱਤਰ ਹੋ ਹੀ ਜਾਂਦੇ ਹਨ। ਜਦੋਂ ਅਸੀਂ ਉਹਨਾਂ ਦੀ ਸੰਗਤ ਵਿੱਚ ਚਲੇ ਜਾਂਦੇ ਹਾਂ, ਸੋਬਤ ਵਿੱਚ ਚਲੇ ਜਾਂਦੇ ਹਾਂ, ਸਾਡੇ ਵੀ ਖਿਆਲ ਨੂੰ ਉਸੇ ਸ਼ਬਦ ਦੇ ਨਾਲ ਜੋੜ ਕੇ ਸਾਨੂੰ ਵੀ ਆਪਣੇ ਵਰਗਾ ਪਿਓਰ ਔਰ ਪਵਿੱਤਰ ਕਰ ਲੈਂਦੇ ਹਨ। ਆਪ ਤਰੈ ਸਗਲੇ ਕੁਲ ਤਾਰੇ, ਮਾਇਆ ਮੋਹ ਨਟ ਬਾਜੀ ਪਾਈ, ਮਨ ਮੁਖ ਅੰਦਰ ਰਹੇ ਲਪਟਾਈ। ਅੱਗੇ ਗੁਰਮੁਖ ਅਲਪਤ ਰਹੇ ਲੇਵ ਲਾਈ, ਗੁਰਮੁਖ ਅਲਪਤ ਰਹੇ ਲੇਵ ਲਾਈ। ਹੁਣ ਆਪ ਖਬਰਦਾਰ ਕਰਦੇ ਹਨ, ਆ ਦੁਨੀਆ ਦੀ ਐਸ਼ੋ ਇਸ਼ਰਤ ਸ਼ਰਾਬਾਂ ਕਬਾਬਾਂ ਲੋਕਾਂ ਨੂੰ ਖਾਂਦੇ ਪੀਂਦੇ ਦੇਖ ਕੇ, ਹੋਟਲਾਂ ਵਿੱਚ ਦੇਖ ਕੇ, ਐਸ਼ੋ ਇਸ਼ਰਤ ਕਰਦੇ ਦੇਖ ਕੇ ਕਿਤੇ ਭੁੱਲ ਕੇ ਨਾ ਬੈਠ ਜਾਣਾ। ਇਹ ਦੁਨੀਆ ਬਹੁਤ ਸੁੱਖ ਦੀ ਨਗਰੀ ਹੈ, ਸਾਡੇ ਰਹਿਣ ਦੇ ਕਾਬਲ ਹੈ। ਗੁਰੂ ਸਾਹਿਬ ਕਹਿੰਦੇ ਇਹਦੀ ਕੋਈ ਅਸਲੀਅਤ ਨਹੀਂ ਹੈ, ਇੱਥੇ ਦੁੱਖ ਹੀ ਦੁੱਖ ਹਨ, ਮੁਸੀਬਤਾਂ ਹੀ ਮੁਸੀਬਤਾਂ ਹਨ। ਹਰ ਇੱਕ ਨੇ ਨਾਸ਼ ਹੋ ਜਾਣਾ ਹੈ, ਹਰ ਇੱਕ ਨੇ ਫਨਾਹ ਹੋ ਜਾਣਾ ਹੈ। ਬਾਜੀਗਰ ਆਉਂਦਾ ਹੈ, ਆਪਣਾ ਖੇਲ ਰਚਾਉਂਦਾ ਹੈ, ਜਦੋਂ ਖੇਲ ਰਚਾ ਕੇ ਚਲੇ ਜਾਂਦਾ ਹੈ ਉੱਥੇ ਕੁਝ ਵੀ ਨਹੀਂ ਹੁੰਦਾ। ਤੁਸੀਂ ਕਠਪੁਤਲੀਆਂ ਦੇ ਤਮਾਸ਼ੇ ਦੇਖੇ ਹਨ, ਉਹ ਬੈਗ ਚੋਂ ਸਾਰੀਆਂ ਕਠਪੁਤਲੀਆਂ ਕੱਢਦਾ ਹੈ ਔਰ ਮੇਜ਼ ਤੇ ਰੱਖ ਕੇ ਸਾਰੀਆਂ ਕਠਪੁਤਲੀਆਂ ਨੂੰ ਪਰਦੇ ਦੇ ਪਿੱਛੇ ਹੋ ਕੇ ਬੈਠ ਜਾਂਦਾ ਹੈ, ਤਾਰਾਂ ਸਭ ਦੀਆਂ ਖਿੱਚਦਾ ਹੈ, ਪੁਤਲੀਆਂ ਨੱਚਣ ਲੱਗੀਆਂ ਹੋਈਆਂ ਹਨ। ਜਿਹੜੀਆਂ ਤਾਂ ਮਨਮੁਖ ਪੁਤਲੀਆਂ ਹਨ ਉਹ ਤਾਂ ਸਮਝਦੀਆਂ ਹਨ ਮੈਂ ਖੁਦ ਨੱਚਣ ਵਾਲਾ, ਮੈਂ ਖੁਦ ਨੱਚ ਰਹੀ ਹਾਂ, ਮੈਨੂੰ ਨਚਾਉਣ ਵਾਲਾ ਕੌਣ ਹੋ ਸਕਦਾ ਹੈ। ਜਿਹੜੀਆਂ ਗੁਰਮੁਖ ਪੁਤਲੀਆਂ ਹਨ ਉਹ ਜਾਣਦੀਆਂ ਹਨ ਕਿ ਸਾਨੂੰ ਨਚਾਉਣ ਵਾਲਾ ਪਰਦੇ ਦੇ ਪਿੱਛੇ ਬੈਠਾ ਹੋਇਆ ਹੈ, ਜਿਉਂ-ਜਿਉਂ ਨਚਾਉਂਦਾ ਹੈ ਮੌਲਾ ਅਸੀਂ ਤਿਉਂ-ਤਿਉਂ ਨੱਚਣ ਲੱਗੀਆਂ ਹੋਈਆਂ ਹਨ। ਇਤਨਾ ਹੀ ਮਨਮੁਖ ਔਰ ਗੁਰਮੁਖ ਦਾ ਫਰਕ ਹੈ, ਦੋਨੋਂ ਹੀ ਮਾਲਕ ਦੇ ਬਣਾਏ ਹੋਏ ਜੀਵ ਹਨ ਔਰ ਇਹ ਵੀ ਉਸ ਮਾਲਕ ਦੇ ਹੱਥ ਵਿੱਚ ਹੈ, ਜਿਨ੍ਹਾਂ ਨੂੰ ਚਾਹੁੰਦਾ ਉਹ ਗੁਰਮੁਖ ਬਣਾ ਲੈਂਦਾ ਹੈ। ਲੇਕਿਨ ਵਡਿਆਈ ਕਿਹਨਾਂ ਦੀ ਹੈ? ਕੇਵਲ ਗੁਰਮੁਖਾਂ ਦੀ ਹੈ। ਇਸ ਵਾਸਤੇ ਗੁਰੂ ਨਾਨਕ ਸਾਹਿਬ ਖਬਰਦਾਰ ਕਰਦੇ ਹਨ, ਐਵੇਂ ਦੁਨੀਆ ਨੂੰ ਐਸ਼ੋ ਇਸ਼ਰਤ ਕਰਦੇ ਦੇਖ ਕੇ ਭੁੱਲ ਨਾ ਜਾਓ, ਇਹਦੀ ਕੋਈ ਅਸਲੀਅਤ ਨਹੀਂ ਹੈ। स्वामी जी ने इसे वास्ते किया सी आप दे और ग्रे सब झूठा भरम में काहे को खपना। एवें तुसी भरम में फसे हुए हो, इहदी कोई असलीयत नहीं है। गुरु साहब ने किया सी हर बिन सब कुछ मैला संतो, मालिक दे बगैर सब मैल है, सब ने नाश हो जाना है। ये रात दी सुपन दी तरह है। सुपना 4-5 घंटे का हुंदा है, ये 50-60-70 साल का सुपना होवेगा ना, उस सुपने की कोई असलीयत है ना ऐस रचना की कोई असलीयत है। इस वास्ते महात्मा खबरदार करते हैं, इस खेल नूं असल देख के इहदे नाल प्यार ना पा लेना। तुसी सिनेमा देखण जांदे हो, 1.5-2 घंटा सिनेमा देखते हो, तुसी देखो अगर सानू पता होवे कि ये सिर्फ 1.5-2 घंटे का सिनेमा है, ना सानू दुख महसूस होंदा है ना सानू सुख महसूस होंदा है। अगर असी असल समझ के बैठ जाए ये सब कुछ ही असल है, असी रोना भी शुरू कर देंगे हैं, असी हसना भी शुरू कर देंगे हैं, क्योंकि असी उन्होंने अपना समझना शुरू कर देंगे हैं। लेकिन अगर महसूस कर लीए तो 1.5-2 घंटे बाद इतने कुछ भी नहीं रहना, तो सानू कोई दुख सुख महसूस ही नहीं होंदा। इस तरह महात्मा प्यार नाल समझाते हैं तो बाजीगर दा खेल है। गुरु नानक साहब ने कहा सी साचे अपना खेल रचाया आवा गवन नवारा। ये तो मालिक ने लीला रचाई हुई है, अपना खेल रचाया होया है। लोगों का मरना जमना आपे करता करे कराए, सब कुछ उस मालिक के हाथ में है। जो चाहता है किसी को कढ़ लेंदा है, जो नहीं चाहता इत्थे ही खेल के हिस्से सारे बने रहंदे हैं। गुरमुख अलपत रहे लेव लाई, बहुते पेख करे पेख
ਤਾਰੀ ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ। ਗੁਰੂ ਸਾਹਿਬ ਕਹਿੰਦੇ ਆ ਰਚਨਾ ਸਾਰੀ ਪਰਮਾਤਮਾ ਨੇ ਖੁਦ ਬਣਾਈ ਹੈ, ਲੇਕਿਨ ਰਚਨਾ ਨੂੰ ਰਚਨਾ ਕਰਨ ਵਾਲੇ ਦਾ ਕੁਝ ਪਤਾ ਨਹੀਂ ਹੈ। ਇਹ ਰਚਨਾ ਕਰਨ ਵਾਲੇ ਨੂੰ ਭੁੱਲੀ ਬੈਠੀ ਹੈ, ਰਚਨਾ ਨੂੰ ਅਸਲ ਸਮਝੀ ਬੈਠੇ ਹੈ, ਰਚਨਾ ਦਾ ਪਤਾ ਨਹੀਂ, ਰਚਨਾ ਨਾਲ ਪਿਆਰ ਪਾਈ ਬੈਠੇ ਹਨ। ਜਿਹੜੇ ਗੁਰਮੁਖ ਲੋਕ ਹਨ ਉਹ ਰਚਨਾ ਕਰਨ ਵਾਲੇ ਦੀ ਭਗਤੀ ਔਰ ਪਿਆਰ ਵਿੱਚ ਲੱਗੇ ਹੋਏ ਹਨ। ਜਿਹੜੇ ਮਨਮੁਖ ਲੋਕ ਹਨ ਉਹ ਰਚਨਾ ਨਾਲ ਪਿਆਰ ਪਾਈ ਬੈਠੇ ਹਨ। ਸੋ ਜਿਹੜੇ ਗੁਰਮੁਖ ਹਨ ਉਹ ਰਚਨਾ ਵਿੱਚ ਰਹਿੰਦੇ ਹੋਏ ਵੀ ਰਚਨਾ ਦੀਆਂ ਮੈਲਾਂ ਵਿੱਚ ਨਹੀਂ ਲਿਬੜਦੇ। ਉਹ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜ ਕੇ ਰੱਖਦੇ ਹਨ, ਨਾਮ ਦੇ ਨਾਲ ਜੋੜ ਕੇ ਰੱਖਦੇ ਹਨ। ਇਸੇ ਵਾਸਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜੈਸੀ ਜਲ ਮੇ ਕਮਲ ਨਰਾਲੋ ਮੁਰਗਾਈ ਨਿਸ਼ਾਨੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਬਖਾਨੇ। ਜਿਸ ਤਰ੍ਹਾਂ ਮਰਗਾਬੀ ਪਾਣੀ ਵਿੱਚ ਰਹਿੰਦੀ ਹੈ, ਉੜਦੀ ਹੈ, ਖੁਸ਼ਕ ਪਰਾਂ ਨਾਲ ਉੜ ਜਾਂਦੀ ਹੈ। ਕਮਲ ਦੇ ਫੁੱਲ ਦੀਆਂ ਜੜ੍ਹਾਂ ਪਾਣੀ ਤੋਂ ਬਾਹਰ ਹੁੰਦਾ ਹੈ, ਫੁੱਲ ਜੜ੍ਹਾਂ ਪਾਣੀ ਦੇ ਨੀਚੇ ਹੁੰਦੀਆਂ ਹਨ, ਫੁੱਲ ਪਾਣੀ ਤੋਂ ਬਾਹਰ ਰਹਿੰਦਾ ਹੈ। ਇਸੇ ਤਰ੍ਹਾਂ ਅਸੀਂ ਵੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਇਸ ਭਵ ਸਾਗਰ ਤੋਂ ਪਾਰ ਹੋ ਜਾਣਾ ਹੈ। ਦੁਨੀਆ ਵਿੱਚ ਰਹਿੰਦੇ ਹੋਏ ਵੀ ਦੁਨੀਆ ਦੀਆਂ ਬਹਿੜਾਂ ਵਿੱਚ ਨਹੀਂ ਲਿਬੜਨਾ। ਇਸ ਵਾਸਤੇ ਗੁਰੂ ਸਾਹਿਬ ਫਰਮਾਉਂਦੇ ਹਨ, ਜੋ ਕੁਝ ਤੁਸੀਂ ਦੇਖਦੇ ਹੋ ਸਭ ਦੇ ਨਾਸ਼ ਹੋ ਜਾਣਾ ਹੈ। ਜਿਹੜੇ ਭੇਖ ਲੋਕ ਹਨ ਉਹ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਜਾਂਦੇ ਹਨ, ਕੱਪੜੇ ਭਗਵੇਂ ਰੰਗ ਵਗੈਰਾ ਲੈਂਦੇ ਹਨ, ਉੱਥੇ ਚੌਂਪੜੀਆਂ ਪਾ ਕੇ ਬੈਠ ਜਾਂਦੇ ਹਨ। ਗੁਰੂ ਸਾਹਿਬ ਕਹਿੰਦੇ ਇਹਨਾਂ ਦਾ ਫਾਇਦਾ ਕੀ ਹੈ? ਉਹ ਮਨ ਵਿੱਚ ਉਹਨਾਂ ਦੇ ਖਾਸ਼ਾਂ ਹਨ, ਉਹ ਮਨ ਵਿੱਚ ਤ੍ਰਿਸ਼ਨਾ ਹਨ, ਉਹ ਸਭ ਅੰਦਰ ਦਬਾਈ ਬੈਠੇ ਹਨ। ਉੱਥੇ ਰਹਿਣ ਦਾ ਕੀ ਫਾਇਦਾ? ਉਹਨਾਂ ਨੂੰ ਹਰ ਚੀਜ਼ ਉੱਥੇ ਵੀ ਚਾਹੀਦੀ ਹੈ। ਤੁਸੀਂ ਸੋਚੋ ਸਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ? ਸਾਨੂੰ ਪੇਟ ਨੂੰ, ਸਾਡੇ ਨੂੰ ਖਾਣੇ ਦੀ ਵੀ ਜ਼ਰੂਰਤ ਹੈ, ਸਾਡਾ ਜਿਸਮ ਢਕਣ ਦੀ ਸਾਨੂੰ ਕੱਪੜੇ ਦੀ ਵੀ ਜ਼ਰੂਰਤ ਹੈ, ਸਿਰ ਦੇ ਉੱਪਰ ਕਿਸੇ ਛੱਤ ਦੀ ਵੀ ਜ਼ਰੂਰਤ ਹੈ। ਕਿ ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਡਾ ਪੇਟ ਖਾਣਾ ਨਹੀਂ ਮੰਗਦਾ? ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਨੂੰ ਕੱਪੜੇ ਦੀ ਲੋੜ ਨਹੀਂ ਪੈਂਦੀ? ਜੰਗਲਾਂ ਪਹਾੜਾਂ ਵਿੱਚ ਜਾ ਕੇ ਸਾਨੂੰ ਸਿਰ 'ਤੇ ਛੱਤ ਦੀ ਲੋੜ ਨਹੀਂ ਪੈਂਦੀ? ਆਪਣੇ ਦਸਾਂ ਨੌਹਾਂ ਦੀ ਕਮਾਈ ਛੱਡੀ, ਬਾਲ ਬੱਚਿਆਂ ਦਾ ਖਾਣਾ ਛੱਡਿਆ, ਲੋਕਾਂ ਅੱਗੇ ਹੱਥ ਫੈਲਾ ਕੇ ਮੰਗ ਕੇ ਪੇਟ ਭਰਨਾ ਪਿਆ। ਪੇਟ ਨੇ ਤਾਂ ਉੱਥੇ ਵੀ ਲਿਹਾਜ਼ ਨਾ ਕੀਤਾ, ਉੱਥੇ ਜਾ ਕੇ ਮੰਗਣਾ ਸ਼ੁਰੂ ਕਰ ਦਿੱਤਾ। ਔਰ ਚਿੱਟੇ ਕੱਪੜੇ ਉਤਾਰ ਕੇ ਭਗਵੇਂ ਪਾ ਲਓ, ਜਦ ਤਨ ਤਾਂ ਫਿਰ ਵੀ ਢਕਣਾ ਪੈਂਦਾ ਹੈ। ਆਪਣੇ ਘਰ ਦਾ ਸੁੱਖ ਆਰਾਮ ਛੱਡੋਗੇ, ਕੋਈ ਆਸ਼ਰਮ ਢੂੰਡੋਗੇ, ਮੰਦਰ ਗੁਰਦੁਆਰਾ ਢੂੰਡੋਗੇ, ਕੁੱਲੀ ਪਾਓਗੇ, ਘਾਰ ਪਾਓਗੇ, ਸਿਰ ਤਾਂ ਫਿਰ ਵੀ ਛੱਤ ਦੀ ਜ਼ਰੂਰਤ ਪੈਂਦੀ ਹੈ। ਛੁੱਟਦੀ ਕਿਹੜੀ ਚੀਜ਼ ਹੈ? ਉਲਟੇ ਅਪਾਹਜ ਹੋ ਕੇ ਬੈਠ ਜਾਂਦੇ ਹਾਂ। ਇਸ ਵਾਸਤੇ ਮਹਾਤਮਾ ਇਹ ਨਹੀਂ ਕਹਿੰਦੇ ਪੁੱਤਰਾਂ ਧੀਆਂ ਨੂੰ ਤਿਆਗ ਕੇ ਜੰਗਲਾਂ ਪਹਾੜਾਂ ਵਿੱਚ ਛੁਪ ਕੇ ਬੈਠ ਜਾਣਾ ਹੈ। ਦੁਨੀਆ ਵਿੱਚ ਰਹਿਣਾ ਹੈ, ਸੂਰਮੇ ਬਣ ਕੇ ਬਹਿਰਣਾ ਹੈ, ਬਹਾਦਰ ਬਣ ਕੇ ਰਹਿਣਾ ਹੈ। ਔਰ ਦੁਨੀਆ ਵਿੱਚ ਰਹਿੰਦੇ ਹੋਏ ਵੀ ਦੁਨੀਆ ਦੀਆਂ ਮੈਲਾਂ ਵਿੱਚ ਨਹੀਂ ਲਿਬੜਨਾ। ਬਹੁਤੇ ਪੇਖ ਕਰੈ ਪੇਖ ਤਾਰੀ ਅੰਤਰ ਤ੍ਰਿਸ਼ਨਾ ਫਿਰੈ ਅਹੰਕਾਰੀ। ਆਪ ਨ ਚੀਨੈ ਬਾਜੀ ਹਾਰੀ, ਆਪ ਨ ਚੀਨੈ ਬਾਜੀ ਹਾਰੀ। ਬੜਾ ਸੁੰਦਰ ਉਪਦੇਸ਼ ਕਰਦੇ ਹਨ ਕਿ ਜਿਤਨਾ ਚਿਰ ਅਸੀਂ ਆਪਣੇ ਆਪ ਨੂੰ ਨਾ ਪਛਾਣਿਆ, ਅਸੀਂ ਤੇ ਜਿੱਤੀ ਹੋਈ ਬਾਜੀ ਹਾਰ ਦਿੱਤੀ। ਕੀ ਜਿੱਤੀ ਹੋਈ ਬਾਜੀ? ਬੜੀ ਮੁਸ਼ਕਲਾਂ ਨਾਲ ਇਨਸਾਨ ਦਾ ਜਾਮਾ ਪਰਮਾਤਮਾ ਨੇ ਬਖਸ਼ਿਆ ਸੀ। ਫਿਰ ਪਤਾ ਕਿਤੇ ਬਖਸ਼ੇ ਨਾ ਬਖਸ਼ੇ ਕਿਸੇ ਐਸੇ ਜਗ੍ਹਾ ਜਨਮ ਦੇ ਦੇਵੇ ਜਿੱਥੇ ਭੁੱਲੇ ਭਟਕੇ ਵੀ ਕਦੇ ਮਾਲਕ ਦਾ ਸਾਨੂੰ ਖਿਆਲ ਨਹੀਂ ਆ ਸਕਦਾ। ਹੁਣ ਤਾਂ ਸਭ ਕੁਝ ਹੀ ਮਾਲਕ ਨੇ ਸਾਨੂੰ ਬਖਸ਼ਿਆ ਹੋਇਆ ਹੈ। ਇਸ ਵਾਸਤੇ ਕਹਿੰਦੇ ਜਿਤਨਾ ਚਿਰ ਮਾਲਕ ਨੇ ਦੇਹ ਵਿੱਚ ਬੈਠਣ ਦਾ ਮੌਕਾ ਦਿੱਤਾ ਹੈ, ਸਾਨੂੰ ਆਪਣੇ ਆਪ ਨੂੰ ਪਹਿਚਾਨ ਲੈਣਾ ਚਾਹੀਦਾ ਹੈ। ਇਸੇ ਵਾਸਤੇ ਗੁਰੂ ਸਾਹਿਬ ਕਹਿੰਦੇ ਸੋ ਜਨ ਨਿਰਮਲ ਜਨ ਆਪ ਪਛਾਤਾ। ਉਹ ਸ਼ਖਸ ਨਿਰਮਲ ਹਨ, ਪਿਓਰ ਹਨ, ਪਵਿੱਤਰ ਹਨ, ਜਿਹੜੇ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ। ਅਸੀਂ ਕਦੋਂ ਆਪਣੇ ਆਪ ਨੂੰ ਪਹਿਚਾਨਦੇ ਹਾਂ? ਜਦੋਂ ਅਸੀਂ ਮਨ ਔਰ ਮਾਇਆ ਦੇ ਦਾਇਰੇ ਤੋਂ ਪਾਰ ਚਲੇ ਜਾਂਦੇ ਹਾਂ, ਜਦੋਂ ਸਾਡੇ ਰੂਹ ਔਰ ਮਨ ਦੀ ਗੱਠ ਖੁੱਲ੍ਹ ਜਾਂਦੀ ਹੈ, ਜਦੋਂ ਆਤਮਾ ਤੋਂ ਸਭ ਗੰਦੇ ਗਲਾਫ ਉਤਰ ਜਾਂਦੇ ਹਨ। ਸ਼ਬਦ ਦੇ ਸਾਧ ਜਾਣੇ ਤਾਂ ਆਪ ਪਛਾਣੇ। ਜਿਹੜੇ ਸ਼ਬਦ ਔਰ ਨਾਮ ਦੀ ਲੱਜ਼ਤ ਲੈਂਦੇ ਹਨ ਉਹ ਆਪਣੇ ਆਪ ਨੂੰ ਪਹਿਚਾਨਣ ਦੇ ਕਾਬਲ ਬਣ ਜਾਂਦੇ ਹਨ।
ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਜਿਨ ਅੰਤਰ ਸ਼ਬਦ ਆਪ ਪਛਾਣੇ ਗਤ ਮੈਂ ਤਿਨ ਹੀ ਪਾਈ। ਜਿਹੜੇ ਅੰਦਰੋਂ ਸ਼ਬਦ ਨੂੰ ਪਕੜ ਕੇ ਆਪਣੇ ਆਪ ਨੂੰ ਪਹਿਚਾਨਦੇ ਹਨ, ਅਸਲੀ ਗਤੀ ਅਸਲੀ ਮਾਲਕ ਦੇ ਮਿਲਣ ਦੀ ਜਾਚ ਉਹਨਾਂ ਹੀ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਇਹ ਮਨੁਆ ਸੁਨ ਸਮਾ ਲਗਾਏ ਜੋਤੀ ਜੋਤ ਮਲਾਈ। ਉਹਨਾਂ ਦਾ ਮਨ ਵਾਪਸ ਬ੍ਰਹਮ ਤਿਰਕੁਟੀ ਆਪਣੇ ਟਿਕਾਣੇ ਤੇ ਪਹੁੰਚ ਜਾਂਦਾ ਹੈ, ਉਹਨਾਂ ਦੀ ਜੋਤੀ ਜਾ ਕੇ ਜੋਤ ਵਿੱਚ ਲੱਗ ਜਾਂਦੀ ਹੈ। ਸੋ ਇਸ ਵਾਸਤੇ ਕਹਿੰਦੇ ਇਨਸਾਨ ਦਾ ਜਾਮਾ ਪਰਮਾਤਮਾ ਨੇ ਆਪਣੇ ਆਪ ਨੂੰ ਪਹਿਚਾਨਣ ਵਾਸਤੇ ਬਖਸ਼ਿਆ ਹੈ, ਉਸ ਪਰਮਾਤਮਾ ਨੂੰ ਪਹਿਚਾਨਣ ਵਾਸਤੇ ਬਖਸ਼ਿਆ ਹੈ। ਅਸੀਂ ਉਹਨੂੰ ਭੰਗ ਦੇ ਪਹਾੜੇ ਖੋਣ ਲੱਗੇ ਹੋਏ ਹਾਂ, ਸ਼ਰਾਬਾਂ ਕਬਾਬਾਂ ਵਿੱਚ ਖੋਣ ਲੱਗੇ ਹੋਏ ਹਾਂ, ਕੌਮਾਂ ਮਸਬਾਂ ਮੁਲਕਾਂ ਦੇ ਝਗੜਿਆਂ ਵਿੱਚ ਖਰਾਬ ਕਰਨ ਲੱਗੇ ਹੋਏ ਹਾਂ। ਆਪ ਨਾ ਚੀਨੈ ਬਾਰੀ ਹਾਰੀ, ਕਾਪੜ ਪਹਿਰ ਕਰੇ ਚਤੁਰਾਈ, ਮਾਇਆ ਮੋਹ ਅਤ ਭਰਮ ਭੁਲਾਈ, ਬਿਨ ਗੁਰ ਸੇਵੇ ਬਹੁਤ ਦੁਖ ਪਾਈ, ਬਿਨ ਗੁਰ ਸੇਵੇ ਬਹੁਤ ਦੁਖ ਪਾਈ। ਨਾ ਜੋ ਗੁਰਮੁਖਾਂ ਦੇ ਦੱਸੇ ਹੋਏ ਉਪਦੇਸ਼ ਉੱਤੇ ਚੱਲ ਕੇ ਸ਼ਬਦ ਦੀ ਕਮਾਈ ਨਹੀਂ ਕਰਾਂਗੇ, ਸਾਨੂੰ ਕੁਛ ਇੱਥੇ ਪ੍ਰਾਪਤ ਨਹੀਂ ਹੋਣਾ। ਦੁੱਖ ਹੀ ਦੁੱਖ ਭੁਗਤਣੇ ਪੈਂਦੇ, ਭਾਵੇਂ ਕੰਨ ਪੜਵਾ ਲਓ, ਭਾਵੇਂ ਜਟਾਂ ਰੱਖ ਲਓ, ਭਾਵੇਂ ਜਿਸਮ ਤੇ ਭਬੂਤ ਲਗਾ ਲਓ, ਭਾਵੇਂ ਸਰੋਵਰਾਂ ਵਿੱਚ ਜਾ ਕੇ ਇਸ਼ਨਾਨ ਕਰ ਲਓ, ਭਾਵੇਂ ਗ੍ਰੰਥ ਪੋਥੀਆਂ ਪੜ੍ਹ ਲਓ, ਜੰਗਲਾਂ ਪਹਾੜਾਂ ਵਿੱਚ ਛੁਪ ਕੇ ਦੇਖ ਲਓ, ਭਾਵੇਂ ਤੀਰਥਾਂ ਤੇ ਜਾ ਕੇ ਦੇਖ ਲਓ, ਕੁਛ ਤੁਹਾਡੇ ਹੱਥ ਪੱਲੇ ਨਹੀਂ ਪੈਣਾ। ਜੋ ਕੁਛ ਮਿਲਣਾ ਹੈ ਉਹ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਫਿਰ ਹਾਥੀ के पाँव में सबका पाँव, जपता पूजा पाठ पुण्य दान का जो भी फल है सब कुछ ही शब्द और नाम की कमाई विच आ जाता है। जिस वक्त साड़ी जबान पे दिन रात उस मालिक का नाम चढ़िया होया है, सिमरन करन लगे हुए हाँ, देखो इस तो वड्डा होर जप किहड़ा हो सकता है। जदों मालिक दे पाणे मालिक दे हुक्म विच दिन रात रहिंदे हाँ, इस तो वड्डा होर तप किहड़ा हो सकता है। ਜਦੋਂ ਮਹਾਤਮਾ ਦੇ ਸਰੂਪ ਨੂੰ 24 ਘੰਟੇ ਨਾਲ ਨਾਲ ਲਈ ਫਿਰਦੇ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ, ਇਸ ਤੋਂ ਵੱਡੀ ਹੋਰ ਪੂਜਾ ਕਿਹੜੀ ਹੋ ਸਕਦੀ ਹੈ। ਜਦੋਂ ਅਨਹਦ ਬਾਣੀ ਨੂੰ ਦਿਨ ਰਾਤ 24 ਘੰਟੇ ਅੰਦਰੋਂ ਸੁਣਨ ਲੱਗੇ ਹੋਏ ਹਾਂ, ਇਸ ਤੋਂ ਵੱਡਾ ਹੋਰ ਪਾਠ ਕਿਹੜਾ ਹੋ ਸਕਦਾ ਹੈ। ਜਦੋਂ ਉਸ ਅੰਮ੍ਰਿਤ ਨੂੰ ਪੀ ਕੇ ਮਨ ਹੀ ਦੁਨੀਆ 'ਚੋਂ ਉਦਾਸ ਔਰ ਅਚਾਟ ਹੋ ਜਾਂਦਾ ਹੈ, ਇਸ ਤੋਂ ਵੱਡਾ ਹੋਰ ਵਿਰਾਗ ਕਿਹੜਾ ਹੋ ਸਕਦਾ ਹੈ। ਸੋ ਇਸ ਵਾਸਤੇ ਗੁਰੂ ਨਾਨਕ ਸਾਹਿਬ ਬਾਰ-ਬਾਰ ਉਸੇ ਨੁਕਤੇ ਔਰ ਪੁਆਇੰਟ ਤੇ ਲਿਆਉਂਦੇ ਹਨ ਕਿ ਭਰਾਵਾ ਜੋ ਕੁਝ ਤੈਨੂੰ ਮਿਲਣਾ ਹੈ ਉਹ ਕੇਵਲ ਸ਼ਬਦ ਦੀ ਕਮਾਈ ਤੋਂ ਮਿਲਣਾ ਹੈ, ਨਾਮ ਦੀ ਕਮਾਈ ਤੋਂ ਮਿਲਣਾ ਹੈ। ਬਿਨ ਗੁਰ ਸੇਵੇ ਬਹੁਤ ਦੁਖ ਪਾਈ, ਨਾਮ ਰਤੇ ਸਦਾ बैरागी, गिरही अंदर साच लेव लागी, नानक सतगुर सेवै से बड़ भागी, नानक सतगुर सेव है से बड़ भागी। सब कुछ बयान करके आप उपदेश करते हैं, कोई लोड़ नहीं पुत्रा ਧੀਆਂ ਨੂੰ ਛੱਡਣ ਦੀ, ਘਰ-ਬਾਰ ਛੱਡਣ ਦੀ, ਜੰਗਲਾਂ ਪਹਾੜਾਂ ਵਿੱਚ ਛੁਪਣ ਦੀ। ਗ੍ਰਸਤ ਵਿੱਚ ਰਹਿਣਾ ਚਾਹੀਦਾ ਹੈ, ਦੁਨੀਆ ਵਿੱਚ ਰਹਿਣਾ ਚਾਹੀਦਾ ਹੈ। ਸ਼ਬਦ ਔਰ ਨਾਮ ਦੀ ਕਮਾਈ ਕਰਦੇ ਹੋਏ ਘਰ-ਬਾਰ ਵਿੱਚ ਰਹਿੰਦੇ ਹੋਏ ਹੀ ਅਸੀਂ ਬੈਰਾਗੀ ਬਣ ਜਾਵਾਂਗੇ। ਇਸੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਸੀ, ਨਾਮ ਰਤੇ ਪਰਮਹੰਸ ਬੈਰਾਗੀ ਨਿਤ ਕਰਤਾੜੀ ਲਾਈ ਹੈ। ਜਿਹੜਾ ਉੱਠਦਾ ਬੈਠਦਾ ਚੱਲਦਾ ਫਿਰਦਾ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹ ਘਰ-ਬਾਰ ਵਿੱਚ ਰਹਿੰਦਾ ਹੋਇਆ ਹੀ ਪਰਮਹੰਸ ਬੈਰਾਗੀ ਬਣ ਜਾਂਦਾ ਹੈ। ਉਹਨੂੰ ਪਰਮਹੰਸ ਬੈਰਾਗੀ ਕਹਿ ਲਓ, ਉਹਨੂੰ ਤੁਸੀਂ ਗੁਰਮੁਖ ਕਹਿ ਲਓ, ਜਾਂ ਉਹਨੂੰ ਤੁਸੀਂ ਬ੍ਰਹਮ ਗਿਆਨੀ ਕਹਿ ਲਓ, ਕੋਈ ਉਹਦਾ ਨਾਮ ਰੱਖ ਲਓ। ਉਹਦਾ ਦੁਨੀਆ 'ਚੋਂ ਮੋਹ ਔਰ ਪਿਆਰ ਨਿਕਲ ਜਾਂਦਾ ਹੈ, ਮਾਲਕ ਨਾਲ ਉਹਦਾ ਮੋਹ ਔਰ ਪਿਆਰ ਪੈਦਾ ਹੋ ਜਾਂਦਾ ਹੈ। ਇਸ ਵਾਸਤੇ ਆਪ ਕਹਿੰਦੇ ਹਨ ਕਿ ਅਸੀਂ ਗੁਰਮੁਖਾਂ ਕੋਲ ਜਾ ਕੇ ਉਹਨਾਂ ਦੇ ਦੱਸੇ ਹੋਏ ਉਪਦੇਸ਼ 'ਤੇ ਚੱਲ ਕੇ ਸ਼ਬਦ ਔਰ ਨਾਮ ਦੀ ਕਮਾਈ ਕਰਨੀ ਹੈ, ਔਰ ਉਹਨਾਂ ਦੀ ਸੰਗਤ ਔਰ ਉਹਨਾਂ ਦੀ ਸੋਬਤ ਤੋਂ ਹਮੇਸ਼ਾ ਵਾਸਤੇ ਫਾਇਦਾ ਉਠਾਉਣਾ ਹੈ। ਨਾਮ ਰਤੇ ਸਦਾ
बैरागी। गिरही अंदर साच लिव लागी। नानक सतगुर सेवै सेवड भागी। नानक सतगुर सेव है सेवड भागी।